श्री वाहिगुरु जी। फाहे काटे मिटे गमन, फतेह पई मन जीत। नानक गुर ते थित पाई, फिर न मिटे मित नीत। हे अच्युत हे पार ब्रह्म, अबनासी अगनास। हे पूर्ण है सर्ब में, दुख भंजन गुणदास। हे संगी हे निरंकार, हे निर्गुण सब टेक। हे गोबिंद हे गुण निदान, जाके सदा विवेक। हे अपरंपर हर हरे, है पी होवन हार। हे संतां के सदा संग, निधारा आधार। को हर समान नहीं राजा, ए भूपत सब दिस का चार के, झूठे करत दवाजा। ए भूपत राणे रंग, दिन चार सुहावना। माया रंग बिरंग, खिन में लै जावना। राजे धर्म करे परधाए, आसा बंदे दान कराए। रुक मांद करतूत, राम जंपो नित भाई। वाहिगुरु जी का खालसा, वाहिगुरु जी की फतेह। परम सत्कार जो गुरु प्यारी गुरु सवारी साध संगत जी, जिस तरह ਆਪਾਂ ਗੁਰੂ ਅੰਗਦ ਸਾਹਿਬ ਦੇ ਜੀਵਨ ਗਾਥਾ ਆਰੰਭ ਕੀਤੀ ਹੋਈ ਹੈ, ਤੇ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਆਪ ਹੀ ਰਹਿਮਤਾਂ ਕਰਕੇ ਬਖਸ਼ਾਂ ਕਰਕੇ ਇਹ ਸੇਵਾ ਕਰਾ ਰਹੇ ਨੇ ਮਹਾਰਾਜ। ਕਈ ਕਹਿੰਦੇ ਬਾਬਾ ਜੀ ਆ ਜਿਹੜੀਆਂ ਤੁਸੀਂ ਗੱਲਾਂ ਕਹਿੰਦੇ ਹੋ ਇਹ ਕਦੀ ਸੁਣੀਆਂ ਨਹੀਂ ਹੈ ਤੇ ਨਾ ਕਦੀ ਪੜ੍ਹੀਆਂ ਵਾ। ਤੇ ਮੈਂ ਕਿਹਾ ਤੇ ਗੁਰੂ ਅੰਗਦ ਸਾਹਿਬ ਆਪ ਹੀ ਬਖਸ਼ਿਸ਼ ਕਰ ਦਿੰਦੇ ਨੇ, ਤੇ ਉਹ ਉਸ ਤਰ੍ਹਾਂ ਦੇ ਨਾਲ ਅਸੀਂ ਗੱਲਾਂ ਸੰਗਤਾਂ ਦੇ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕੱਲ੍ਹ ਨੂੰ ਬੁੱਧਵਾਰ ਅਸੀਂ ਕਿਤੇ ਪ੍ਰੋਗਰਾਮ 'ਤੇ ਜਾਣਾ ਸੀ, ਉਸ ਕਰਕੇ ਅੱਜ ਅਸੀਂ ਕਿਹਾ ਮੰਗਲਵਾਰ ਹੀ ਗੁਰੂ ਕੇ ਬਚਨ ਸੰਗਤਾਂ ਦੇ ਨਾਲ ਸਾਂਝੇ ਕਰ ਲਈਏ, ਨਾਲੇ ਸੰਗਤਾਂ ਦੇ ਦਰਸ਼ਨ ਹੋ ਜਾਣ। ਭਾਈ ਸਰਜੀਤ ਸਿੰਘ ਹੋਣੀ ਵੀ ਹਾਜ਼ਰ ਹੋ ਗਏ ਨੇ। ਤੋ ਪਿਛਲੀ ਵਾਰੀ ਅਸੀਂ ਬਚਨ ਕੀਤਾ ਸੀ ਜਿਹੜੇ ਗੁਰੂ ਅੰਗਦ ਸੱਚੇ ਪਾਤਸ਼ਾਹ ਮਹਾਰਾਜ ਦੇ, ਕਿ ਕਿਸ ਤਰ੍ਹਾਂ ਕੋਈ ਮਾਇਆਧਾਰੀ ਲੋਕ ਮਹਾਰਾਜ ਦੀ ਹਜ਼ੂਰੀ ਅੰਦਰ ਆਉਂਦੇ ਨੇ ਤੇ ਉਪਦੇਸ਼ ਮੰਗਦੇ ਨੇ। ਤੇ ਮਹਾਰਾਜ ਨੇ ਆਖਿਆ ਸੀ, ਭਾਈ ਰਾਤ ਕਾਰਨ ਧਨ ਸੰਚੀਏ, ਭਲਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲੇ ਫਿਰ ਪਛਤਾਵਾ ਹੋਵੇ। ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਝੀਏ। ਇਹ ਦੁਨੀਆ ਦੇ ਪਦਾਰਥ ਮਨੁੱਖ ਇਕੱਠਾ ਕਰਨ ਵਾਸਤੇ ਲੱਗਾ ਹੋਇਆ ਵਾ, ਤੇ ਮਹਾਰਾਜ ਕੀ ਕਰੇਗਾ ਤੂੰ। ਹਾਂ, ਜ਼ਿੰਦਗੀ ਦੀ ਜਿੰਨੀ ਕੁ ਲੋੜ ਵਾ ਉਨੇ ਕੁ ਪਦਾਰਥ ਇਕੱਠੇ ਕਰ ਲਓ, ਤੇ ਇਹ ਥੋੜਾ ਵੀ ਸਾਰੀ ਜ਼ਿੰਦਗੀ ਪਦਾਰਥਾਂ ਵਾਸਤੇ ਲੰਘਾ ਦਿਓ। ਨਾਂਗੇ ਆਵਣ ਨਾਂਗੇ ਜਾਣਾ, ਕੋਈ ਨ ਰਹਿ ਰਾਜਾ ਰਾਣਾ। ਹਾਂਜੀ, ਨਾ ਕੂ ਇਹ ਲੈਓ ਇਹ ਧਨ, ਨਾ ਕੂ ਲੈ ਜਾਤ। ਅਜੇ ਤੱਕ ਨਾ ਅਸੀਂ ਕੋਈ ਬੰਦਾ ਧਰਤੀ ਉੱਤੇ ਕੋਈ ਇੱਕ ਸੂਈ ਨਹੀਂ ਲੈ ਕੇ ਆਉਂਦਾ, ਤੇ ਸਾਰੀ ਜ਼ਿੰਦਗੀ ਵੱਡੇ ਵੱਡੇ ਪਦਾਰਥ ਇਕੱਠੇ ਕਰ ਲੈਂਦਾ, ਤੇ ਜਿੱਦਣ ਜਾਂਦਾ ਸੂਈ ਫੇਰ ਵੀ ਨਹੀਂ ਕੋਈ ਸੂਈ ਜਿਨਾ ਨਹੀਂ ਲੈ ਕੇ ਜਾਂਦਾ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਬਾਦਸ਼ਾਹ ਕਾਰੂ ਨੂੰ, ਵੀ ਆਹ ਸਾਡੀ ਸੂਈ ਰੱਖ ਲਾ। ਕਹਿਣ ਲੱਗ ਮਹਾਰਾਜ ਸੂਈ ਕੀ ਕਰਨੀ। ਕਹਿਣ ਲੱਗੇ ਅੱਗੇ ਲਿਖ ਕੇ ਦਰਗਾਹ 'ਚ ਆਈ, ਉੱਥੇ ਫਿਰ ਲਵਾਂਗੇ ਤੇਰੇ ਕੋ। ਤੇ ਕਹਿਣ ਲੱਗਾ ਮਹਾਰਾਜ ਦਰਗਾਹ ਸੂਈ, ਦਰਗਾਹ 'ਚ ਦੇਹ ਨਹੀਂ ਜਾਂਦੀ, ਸਰੀਰ ਨਹੀਂ ਜਾਂਦੇ।
ਤੇ ਮਹਾਰਾਜ ਕਹਿੰਦੇ ਜੇ ਸਰੀਰ ਨਹੀਂ ਜਾਂਦੇ ਦਰਗਾਹ ਵਿੱਚ ਤੇ ਆ ਜਿਹੜਾ ਤੂੰ 40 ਗੰਜ ਜੋੜ ਰੱਖੇ ਨੇ 40 ਗੰਜ जोड़े ना रखियो ईमान देखो ले रोको कारू होता परेशान। हाँ जी, किसकी ये दुनिया किसके कारभार, ये की करोगे पदार्थ इकट्ठे करके। महाराज कहते 40 गंज जोड़े ना रखियो ईमान देखो ले लोको कारू होता परेशान। दमड़ा तिसी का जो खर्चे और खाए। साहब ने किया सी उस दिन कि ताए ताए किरपन श्रम कीनो एकत्र करी है माया दान पुण्य नहीं संतन सेवा। ये तेनों रब ने दिती आ, कोई दान पुण्य कर, कोई महापुरखां भलियां दी असीस लै ते असीसां दे नाल दरगाह दे दरवाजे खुल जांदे ने। अज साडा जिहड़ा विशा वा नानक राज चलाया सत कोट सताणी नीम दै। ਤੇ ਮਹਾਰਾਜ ਨੇ ਉਹਨਾਂ ਧਨੀ ਲੋਕਾਂ ਨੂੰ ਵਰਜਿਆ ਸੀ ਭਾਈ ਦਮੜਾ ਤਿਸੀ ਕਾ ਜੋ ਖਰਚੇ ਔਰ ਖਾਏ ਹੋਤਾ ਨਾ ਰਾਖੇ ਅਕੇਲਾ ਨਾ ਖਾਏ। ਇਹ ਜਿਹੜਾ ਅਸੀਂ ਕਹਿੰਦੇ ਨਾ ਵੰਡ ਕੇ ਛਕਣਾ, ਤੇ ਇਹ ਗੁਰੂ ਨਾਨਕ ਸਾਹਿਬ ਨੇ ਬਾਦਸ਼ਾਹ ਕਾਰੂ ਨੂੰ ਹਦਾਇਤ ਲਿਖ ਕੇ ਦਿੱਤੀ ਹੋਈ ਸੀ ਵੰਡ ਕੇ ਖਾਣ ਦੀ। ਹੋਤਾ ਨਾ ਰਾਖੇ ਅਕੇਲਾ ਨਾ ਖਾਏ ਤੈ ਤੀਕ ਦਿਲ ਦਨ ਵਈ ਪਿਸਤ ਜਾਏ। ਉਹਨੂੰ ਸਵਰਗਾਂ ਦੇ ਦਰਵਾਜ਼ੇ ਖੁੱਲ ਜਾਂਦੇ ਨੇ ਜਿਹੜਾ ਲੁਕੋ ਕੇ ਨਹੀਂ ਖਾਂਦਾ, ਵੰਡ ਕੇ ਛਕਦਾ। ਮਹਾਰਾਜ ਨੇ ਕਿਹਾ ਜਦੋਂ ਕਿਸੇ ਮੁਸਲਮਾਨ ਦੇ ਨਾਲ ਗੁਰੂ ਅਰਜਨ ਦੇਵ ਦੀ ਬਾਤ ਹੁੰਦੀ ਹੈ ਤੇ ਉਹ ਵੀ ਮਹਾਰਾਜ ਜੀ ਉੱਥੇ ਕਹਿੰਦੇ ਆ ਵੀ ਅਵਲ ਸਿਫਤ ਜਿਹੜੀਆਂ ਤੁਹਾਡੀਆਂ 5 ਨਮਾਜ਼ਾਂ ਨੇ, ਤੇ ਮਹਾਰਾਜ ਕਹਿੰਦੇ ਪਹਿਲੀ ਨਮਾਜ਼ ਮੁਸਲਮਾਨ ਦੀ ਕਿਹੜੀ ਹੋਣੀ ਚਾਹੀਦੀ ਹੈ? ਰੱਬ ਦਾ ਨਾਮ। ਅਵਲ ਸਿਫਤ, ਦੂਜੀ ਸਬੂਰੀ। ਮੁਸਲਮਾਨ ਦੀ ਦੂਸਰੀ ਨਮਾਜ਼ ਕਿਹੜੀ ਹੋਣੀ ਚਾਹੀਦੀ ਆ? ਸਬਰ ਸੰਤੋਖ ਦਾ ਜੀਵਨ ਹੋਵੇ। ਪਹਿਲੀ ਨਮਾਜ਼ ਮੁਸਲਮਾਨ ਦੀ ਆ ਰੱਬ ਦੀ ਸਿਫਤ ਸਲਾਹ। ਅਵਲ, ਅਵਲ ਮੈਨੇ ਪਹਿਲਾ, ਬੰਦਾ ਅਵਲ ਆਇਆ। ਜਿੱਦਾਂ ਕਹਿੰਦੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਅਵਲ ਮੈਨੇ ਪਹਿਲਾ। ਗੁਰੂ ਅਰਜਨ ਦੇਵ ਕਹਿੰਦੇ ਅਵਲ ਸਿਫਤ। ਪਹਿਲੀ ਨਮਾਜ਼ ਕਿਹੜੀ ਹੋਣੀ ਚਾਹੀਦੀ ਮੁਸਲਮਾਨ ਦੀ? ਰੱਬ ਦੀ ਸਿਫਤ ਤੋਂ ਸਲਾਹ ਕਰੇ ਉਹ। ਦੂਜੀ ਸਾਬੂਰੀ, ਦੂਸਰੀ ਉਸ ਦੀ ਨਮਾਜ਼ ਹੋਣੀ ਚਾਹੀਦੀ, ਉਹਦਾ ਸਬਰ ਸੰਤੋਖੀ ਜੀਵਨ ਹੋਵੇ। ਇਹ ਮਾਨੋ ਉਸ ਦੀ ਦੂਸਰੀ ਨਮਾਜ਼ ਆ। ਤੀਜੇ ਹਲੇਮੀ, ਧਰਮੀ ਬੰਦਾ ਕਦੀ ਤੱਤਾ ਨਹੀਂ ਹੁੰਦਾ। ਧਰਮੀ ਬੰਦੇ ਨੂੰ ਤੇ ਤੱਤੀ ਤਵੀ ਤੇ ਬਿਠਾ ਕੇ ਵੀ ਤੱਤਾ ਕਰਨ ਦੀ ਕੋਸ਼ਿਸ਼ ਕੀਤੀ, ਧਰਮੀ ਤੇ ਤਾਂ ਵੀ ਨਹੀਂ ਤੱਤਾ ਹੋਇਆ। ਇੱਥੇ ਛੋਟੀ ਜੀ ਗੱਲ ਹੁੰਦੀ ਤੇ ਮੋਰਚੇ ਲਾ ਕੇ ਬਹਿ ਜਾਂਦੇ, ਡਾਂਗਾ ਲੈ ਕੇ ਆ ਜਾਂਦੇ। ਇਹ ਕੌਮ ਸਾਡੀ ਕਿਹੜੇ ਰਾਹ ਪੈ ਗਈ ਆ? ਹੁਣ ਹੋਹਾ ਹਲੇਮੀ ਰਾਜ ਜੀਓ। ਇਹ ਬਾਹਰਲੀਆਂ ਫਤਿਹ ਹੋ ਵੀ ਜਾਣ ਤੇ ਬਹੁਤੀਆਂ ਚਿਰ ਫਤਿਹ ਨਹੀਂ ਚੱਲਦੀਆਂ ਆਉਂਦੀਆਂ। ਇਹ ਫੇਰ ਬਦਲ, ਇਹ ਬਾਹਰਲੀਆਂ ਫਤਿਹ ਗੁਰੂ ਅਰਜਨ ਦੇਵ ਕਹਿੰਦੇ ਹਾਰ ਵਿੱਚ ਬਦਲ ਜਾਂਦੀਆਂ ਨੇ। ਜੇ ਬੰਦਾ ਸਿੰਘ ਬਹਾਦਰ ਨੇ ਰਾਜ ਕਾਇਮ ਕੀਤਾ ਸਰਹੰਦ ਦੇ ਅੰਦਰ, ਤੇ ਕਿੰਨਾ ਕੁ ਚਿਰ ਰਾਜ ਰਿਹਾ? 2 ਸਾਲ। ਫਿਰ ਹਾਰ ਵਿੱਚ ਬਦਲ ਗਿਆ। ਤੇ ਮਹਾਰਾਜ ਨੇ ਇੱਕ ਨਾਨਕ ਰਾਜ ਚਲਾਇਆ ਸਤ ਕੋਟ ਸਤਾਣੀ ਨੀਮ ਦਾ। ਜਿਹੜਾ ਧਰਮ ਦਾ ਰਾਜ ਹੈ ਨਾ ਉਹ ਸਦੀਵੀ ਰਹਿੰਦਾ। ਤੇ ਮਹਾਰਾਜ ਕਹਿੰਦੇ ਨੇ ਫਾਹੇ ਕਾਟੇ ਮਿਟੇ ਗਵਣ ਫਤਿਹ ਪਈ ਮਨ ਜੀਤ। ਜਿਹੜਾ ਮਨ ਨੂੰ ਜਿੱਤ ਲੈਂਦਾ ਹੈ ਨਾ ਉਹਦੀ ਫਤਿਹ ਹੋ ਜਾਂਦੀ, ਮੁੜ ਕੇ ਉਹ ਹਾਰ 'ਚ ਨਹੀਂ ਬਦਲਦਾ। ਬਾਹਰੀ ਜਿਹੜੇ ਮਰਜ਼ੀ ਤੁਸੀਂ ਮੋਰਚੇ ਲਾ ਕੇ ਫਤਿਹ ਕਰ ਲਓ, ਇਹ ਮੁੜ ਕੇ ਫੇਰ ਬਦਲ ਜਾਣਾ ਹਾਰ ਵਿੱਚ। ਤੇ ਜਿਹਨੂੰ ਕਹਿੰਦੇ ਮਨ ਜੀਤੇ ਜਗ ਜੀਤਾ, ਜਿਹੜਾ ਮਨ ਨੂੰ ਜਿੱਤ ਗਿਆ। ਫਾਹੇ ਕਾਟੇ ਮਿਟੇ ਗਵਣ ਫਤਿਹ ਪਈ। ਕਿਸ ਤਰ੍ਹਾਂ ਫਤਿਹ ਪੈ ਗਈ? ਮਨ ਜੀਤ ਨਾਨਕ ਗੁਰ ਤੇ ਥਿਤ ਪਾਈ। ਗੁਰੂ ਟਿਕਾ ਦਿੰਦਾ ਸਿੱਖ ਨੂੰ, ਜੋੜ ਦਿੰਦਾ ਰੱਬ ਦੇ ਨਾਲ। ਉਹਦੇ ਅੰਦਰ ਹਲੇਮੀ ਰਾਜ ਹੋ ਜਾਂਦਾ। ਮਹਾਰਾਜ ਕਹਿੰਦੇ ਤੇ ਫਤਿਹ ਪਾਈ ਨਿਤ ਫਾਹੇ ਕਾਟੇ ਮਿਟੇ ਗਵਣ ਫਤਿਹ ਪਈ ਮਨ ਜੀਤ। ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ।
ਮੈਂ ਕਹਿ ਰਿਹਾ ਸੀ ਗੁਰੂ ਅਰਜਨ ਦੇਵ ਗੁਰੂ ਅੰਗਦ ਸਾਹਿਬ ਨੇ ਉਹਨਾਂ ਧਨੀ ਲੋਕਾਂ ਨੂੰ ਆਖਿਆ, ਤੁਸੀਂ ਧਨ ਦੇ ਪਿੱਛੇ ਜ਼ਿੰਦਗੀਆਂ ਬਰਬਾਦ ਕਰ ਦਿੰਦੇ ਹੋ, ਧਨ ਕਿਸ ਕੰਮ ਆਵੇਗਾ ਤੁਹਾਡਾ। ਰਾਤ ਕਾਰਨ ਤਨ ਸੰਚੀਏ, ਭਲਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ। ਤੋ ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬੈਠੇ ਹੋਏ ਨੇ ਸੰਗਤ ਦੇ ਵਿੱਚ। ਅੱਜ ਅਸੀਂ ਗੁਰੂ ਅੰਗਦ ਸਾਹਿਬ ਦੇ ਜੀਵਨ ਦੇ ਵਿੱਚੋਂ ਉਹ ਗਾਥਾ ਸਾਂਝੀ ਕਰਨੀ ਆ ਜਦੋਂ ਹਮਾਜੂ ਬਾਦਸ਼ਾਹ ਅਕਬਰ ਦਾ ਪੁੱਤਰ, ਮਾਫ ਕਰਨਾ ਬਾਬਰ ਦਾ ਪੁੱਤਰ ਹਮਾਜੂ, ਸ਼ੇਰਸ਼ਾਹ ਸੂਰੀ ਕੋਲੋਂ ਹਾਰ ਕੇ ਉਥੋਂ ਸੋਨੀਪਤ ਤੋਂ ਤੇ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਆਉਂਦਾ। ਉਸ ਗਾਥਾ ਆਪਾਂ ਆਪ ਦੇ ਨਾਲ ਸਾਂਝੀ ਕਰਨੀ ਹੈ, ਕਿਉਂਕਿ ਇੱਕ ਉਹ ਰਾਜ ਹੈ ਜਿਹੜਾ ਬਾਹਰ ਚੱਲਦਾ, ਇੱਕ ਰਾਜ ਗੁਰੂ ਨਾਨਕ ਸਾਹਿਬ ਨੇ ਮਾਰਿਆ ਸਿੱਕਾ। ਸਿੱਕਾ ਦਰਵੇਸ਼ਾਂ ਦਾ ਨਹੀਂ ਚੱਲਦਾ, ਸਿੱਕਾ ਰਾਜਿਆਂ ਦੇ ਚੱਲਦੇ ਨੇ। ਮਾਰਿਆ ਸਿੱਕਾ ਜਗਤ ਵਿੱਚ ਗੁਰੂ ਨਾਨਕ ਸਾਹਿਬ ਨੇ ਆਪਣਾ ਰਾਜ ਕਾਇਮ ਕੀਤਾ। ਤੇ ਉਹ ਮੁੜ ਕੇ ਜਦੋਂ ਮੈਂ ਕਹਿ ਰਿਹਾ ਸੀ ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਦੀ ਧਰਤੀ ਉੱਤੇ ਬੈਠੇ ਹੋਏ ਨੇ, ਬਾਬਾ ਬੁੱਢਾ ਜੀ ਕੋਲ ਬੈਠੇ ਹੋਏ ਨੇ, ਤੇ ਗੁਰੂ ਨਾਨਕ ਸਾਹਿਬ ਬੜੀ ਕਾਹਲੀ ਦੇ ਨਾਲ ਸੰਗਤ ਵਿੱਚੋਂ ਉੱਠੇ। ਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਮਹਾਰਾਜ ਕੀ ਕਾਰਨ ਕੀ ਆ, ਬੜੀ ਕਾਹਲੀ ਨਾਲ ਉੱਠੇ, ਕਿੱਥੇ ਚੱਲੇ ਹੋ? ਕਹਿਣ ਲੱਗੇ, ਮੇਰੇ ਰਾਜ ਦਾ ਧਨੀ ਆ ਰਿਹਾ। ਵਾਹ ਵਾਹ ਵਾਹ। ਮੇਰੇ ਰਾਜ ਦਾ ਧਨੀ ਆ ਰਿਹਾ, ਕਿਉਂਕਿ ਲਹਿਣਾ ਜੀ ਤੁਰੇ ਆ ਰਹੇ ਸਨ ਕਰਤਾਰਪੁਰ ਸਰ ਧਰਮਸ਼ਾਲਾ ਨੂੰ। ਕਹਿਣ ਲੱਗੇ, ਮੇਰੇ ਰਾਜ ਦਾ ਧਨੀ ਆ ਰਿਹਾ, ਮੈਂ ਉਹਨੂੰ ਲੈਣ ਚੱਲਿਆ, ਕਿਤੇ ਰਾਹ ਨਾ ਭੁੱਲ ਜਾਵੇ। ਤੇ ਸੱਤਾ ਬਲਵੰਡ ਜੀ ਕਹਿੰਦੇ ਨੇ, ਮਾਰਿਆ ਨਾਨਕ ਰਾਜ ਚਲਾਇਆ, ਗੁਰੂ ਨਾਨਕ ਸਾਹਿਬ ਨੇ ਰਾਜ ਚਲਾ ਦਿੱਤਾ। ਸੱਚ ਕੋਟ ਸਤਾਣੀ ਨੀਮ ਦੇ, ਇਹ ਜਿਹੜਾ ਰਾਜ ਵਾ ਨਾ, ਗੁਰੂ ਨਾਨਕ ਸਾਹਿਬ ਨੇ ਧਰਮ ਦਾ ਰਾਜ ਚਲਾਇਆ। ਇਹ ਪੱਕਾ ਰਾਜ ਵਾ, ਇਹ ਸਦੀਵੀ ਰਹਿਣਾ। ਹੁਣ ਇਹ ਜਿਹੜੇ ਬਾਹਰੇ ਰਾਜੀ ਆ ਨਾ ਭਾਈ, ਦੋ ਤਰ੍ਹਾਂ ਦੇ ਰਾਜ ਧਰਤੀ ਤੇ ਹੁੰਦੇ ਰਹੇ ਨੇ, ਹੁਣ ਵੀ ਨੇ ਕਿਤੇ ਕਿਤੇ। ਇੱਕ ਤੇ ਲੋਕ ਰਾਜ ਵਾ, ਜਿਹੜਾ ਵੋਟਾਂ ਪਾ ਕੇ ਲੋਕੀ ਕੋਈ ਚੁਣ ਲੈਂਦੇ ਨੇ ਬੰਦਾ, ਤੇ ਇੱਕ ਪਿਤਾ ਪੁਰਖੀ ਰਾਜ ਵਾ। ਜਿਸ ਤਰ੍ਹਾਂ ਸ਼੍ਰੀ ਰਾਮਚੰਦਰ ਜੀ, ਉਹਨਾਂ ਦੇ ਪਿਤਾ ਵੀ ਰਾਜੇ ਸਨ, ਉਹਨਾਂ ਦੇ ਦਾਦਾ ਜੀ, ਜਿਹਨੂੰ ਬਾਣੀ 'ਚ ਲਿਖਿਆ ਕਿ ਅਜੇ ਸਰੂਵੇ, ਇਹ ਰਾਜਾ ਅਜੇ ਸੀ, ਇਹ ਵੀ ਰਾਜਾ ਰਿਹਾ। श्री रामचंद्र जी का पिता राजा वा, उन्हां दा दादा राजा वा, ते उन्हां दा फिर परदादा वो भी राजा वा। छेवीं कुल दे विच जाके पिछे नूं तुरदे जाओ ते श्री रामचंद्र जी दा पिछली छेवीं कुल च चल जाओ ते हरीचंद राजा होया है, जिहदे बारे गुरबाणी कहंदी कि हरीचंद प्रथमी पत राजे तिन कागद कीम ना पाई, हरिचंद दान करे जस लेवे। एक ते ओ राजा राज हुंदा है। ये जिहड़ा हुण लोक राज ना भाई, इस लोक राज नालों ओ राज प्रबंध चंगा हुंदा सी। हुण साडे वीर कई पहंदे आ भी राज लेंगे धर्म बिना सब दले मलेंगे, श्री मुख ते भणियो गरीब नवाज, शस्त्रन के अधीन है राज। हुण कोई शस्त्रन दे अधीन राज नहीं है। वो जिहड़ी असीं तुख पढ़दे ने कि राज बिना नहीं धर्म चलेंगे, ना ना ना, इसनूं पलट के पढ़ो, धर्म बिना नहीं राज चलेंगे। जे साडा धर्म नहीं ना रिहा धरती ते साडा राज कदी होना ही नहीं है। राज उन्हां दे हुंदे ने जिन्हां दे धर्म होण, ते अज दा सिख तां धर्म ही छड्ड चुका, ते राज ने कित्थों कर लेना। कोई दो तीन बंदे पंजाब च उठ के आखण भी असीं राज कायम करना, ते बाकी 3 करोड़ जिहड़ा पंजाब दा वशिंदा, ओहदी विचारधारा की है?
ਇਹ ਤਿੰਨ ਕੁ ਬੰਦੇ ਉੱਠ ਕੇ ਮਾਨ ਤੇ ਇੱਕ ਹੋਰ ਇੱਕ ਅੱਧਾ ਹੋਰ ਆ ਪੰਜਾਬ ਦੇ ਵਿੱਚ, ਉਹ ਆਖਣ ਵੀ ਅਸੀਂ ਇੱਕ ਰਾਜ ਕਾਇਮ ਕਰਨਾ, ਕਦੀ ਵੀ ਨਹੀਂ ਹੋ ਸਕਦਾ। ਇਹ ਗੱਲਾਂ ਤੁਸੀਂ ਭੁੱਲ ਜਾਓ ਜਿਹੜੀਆਂ ਤੁਸੀਂ ਪੜ੍ਹਦੇ ਹੋ ਨਾ, ਵੀ ਰਾਜ ਬਿਨਾਂ ਨਹੀਂ ਧਰਮ ਚੱਲेंगे। ਨਾ ਨਾ, ਧਰਮ ਬਿਨਾਂ ਨਹੀਂ ਰਾਜ ਚੱਲेंगे। ਜੇ ਧਰਮ ਹੋਊਗਾ ਤੇ ਅਸੀਂ ਰਾਜ ਕਰਾਂਗੇ। ਤੇ ਜੇ ਸਿੱਖ ਤਾਂ ਈਸਾਈ ਬਣਦਾ ਜਾਂਦਾ, ਸਿੱਖ ਤਾਂ ਕਬਰਾਂ ਤੇ ਜਾ ਕੇ ਬਹਿ ਗਿਆ, ਸਿੱਖ ਤਾਂ ਦੇਹਧਾਰੀ ਬਾਬਿਆਂ ਨੂੰ ਮੰਨਣ ਲੱਗ ਪਿਆ, ਤੇ ਤੁਸੀਂ ਰਾਜ ਕਿਵੇਂ ਕਾਇਮ ਕਰਨਾ ਹੈ? ਕਿੰਨਾ ਸਿੱਖ ਜਿਹੜਾ ਨਾਮਧਾਰੀਆਂ ਦੇ ਪਿੱਛੇ ਲੱਗ ਗਿਆ, ਕਿੰਨਾ ਸਿੱਖ ਰਾਧਾ ਸਵਾਮੀਆਂ ਦੇ ਪਿੱਛੇ ਲੱਗ ਗਿਆ। ਹਾਂਜੀ, ਕਿੰਨਾ ਸਿੱਖ ਕਬਰਾਂ ਤੇ ਜਾ ਬੈਠਾ। ਕੱਲ੍ਹ ਹੀ ਮੈਨੂੰ ਕੋਈ ਕਹਿ ਰਿਹਾ ਸੀ, ਬਾਬਾ ਜੀ ਉਹ ਸੈੱਟ ਦਿਓ, ਅਸੀਂ ਉੱਥੇ ਜਗਰਾਤਾ ਕਰਾਉਣਾ। ਸਿੱਖਾਂ ਦੇ ਮੁੰਡਿਆਂ ਨੇ 20-25 ਜਾਣਿਆਂ ਨੇ ਇਕੱਠੇ ਹੋ ਕੇ ਪ੍ਰੋਗਰਾਮ ਬਣਾਇਆ, ਅਸੀਂ ਮਾਂ ਬਾਈ ਦਾ ਜਗਰਾਤਾ ਕਰਾਉਣਾ। ਤੇ ਤੁਸੀਂ ਕਿਹੜੇ ਰਾਜ ਦੀ ਗੱਲ ਕਰਦੇ ਹੋ? ਤੁਹਾਨੂੰ ਕੌਣ ਰਾਜ ਦੇਵੇਗਾ? ਸਿੱਖ ਤਾਂ ਸਿੱਖ ਨਹੀਂ ਰਿਹਾ ਤੇ ਰਾਜ ਦੀ ਬਾਤ ਤੁਸੀਂ ਕਰਦੇ ਹੋ। ਨਹੀਂ ਨਹੀਂ, ਮੈਂ ਕਹਿੰਦਾ ਇਸ ਨੂੰ ਪਲਟ ਕੇ ਪੜੋ। ਜਿਹੜਾ ਤੁਸੀਂ ਪੜ੍ਹਦੇ ਹੋ ਨਾ ਵੀ ਰਾਜ ਬਿਨਾਂ, ਵੀ ਜੇ ਰਾਜ ਹੋਊਗਾ ਤਾਂ ਸਾਡਾ ਧਰਮ ਹੋ ਜਾਊਗਾ। ਨਹੀਂ ਨਹੀਂ, ਪਹਿਲੋਂ ਧਰਮ ਕਾਇਮ ਕਰੋ। ਤੇ ਇਹਨੂੰ ਪਲਟ ਕੇ ਪੜੋ ਕਿ ਧਰਮ ਬਿਨਾ ਨਹੀਂ ਰਾਜ ਚੱਲेंगे, ਤੇ ਧਰਮ ਬਿਨਾ ਸਭ ਦਲੇ ਮਲेंगे। ਜੇ ਬੰਦੇ ਕੋਲ ਧਰਮ ਨਹੀਂ ਆ, ਉਹਨੇ ਕੀ ਕਰਨਾ? ਕੁੱਖ ਵੀ ਨਹੀਂ ਕਰਨਾ ਉਹਨਾਂ ਦਾ ਜ਼ਿੰਦਗੀ 'ਚ। ਤੇ ਉਹ ਫਿਰ ਰਾਜੇ ਹੁੰਦੇ ਸੀ ਧਰਤੀ ਦੇ। ਇਹ ਜਿਹੜਾ ਤਿੰਨ ਤਰ੍ਹਾਂ ਦੇ ਰਾਜੇ ਮੰਨੇ ਆ, ਇੱਕ ਤੇ ਕੋ ਹਰ ਸਮਾਨ ਨਹੀਂ ਰਾਜਾ, ਸਾਰੀ ਕਾਇਨਾਤ ਦਾ ਇੱਕੋ ਹੀ ਰਾਜਾ ਵਾ, ਉਹ ਰੱਬ ਵਾ, ਪਰਮੇਸ਼ਰ ਵਾ। ਉਹ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ। ਉਹਨੇ ਸਫਾਈ ਮਹਿਕਮਾ ਵੀ ਰੱਖਿਆ ਹੋਇਆ ਵਾ, ਉਹਨੇ ਧੌਣੋਂ ਫੜਨ ਵਾਲਾ ਮਹਿਕਮਾ ਵੀ ਰੱਖਿਆ ਵਾ, ਉਹਨੇ ਪੈਦਾਇਸ਼ ਦੇ ਤਰੀਕੇ ਵੀ ਪੈਦਾ ਕੀਤੇ ਨੇ, ਉਹਨੇ ਮਾਰਨ ਦਾ ਮਹਿਕਮਾ ਵੀ ਪੈਦਾ ਕੀਤਾ। ਉਹ ਰਾਜਾ ਵਾ ਧਰਤੀ ਉੱਤੇ। ਉਹਦਾ ਸਫਾਈ ਮਹਿਕਮਾ, ਕੋਈ ਧਰਤੀ 'ਤੇ ਤੁਸੀਂ ਚੀਜ਼ ਸੁੱਟ ਦਿਓ, ਮਿੱਠੀ ਖੱਟੀ ਕੋਈ ਵੀ ਸੁੱਟ ਦਿਓ, ਉਸੇ ਵੇਲੇ ਕੀੜੀਆਂ ਚੁੱਕ ਕੇ ਲੈ ਜਾਂਦੀਆਂ। ਸਫਾਈ ਮਹਿਕਮਾ ਇਹ ਰੱਬ ਦਾ ਰਾਜ ਵਾ, ਉਹਦਾ ਹੀ ਰਾਜ ਰਹਿਣਾ ਵਾ। 184 ਮੇਦਨੀ ਉਹਦੀ ਆ, ਉਹ ਰਾਜ ਕਰ ਰਿਹਾ। ਕੋਈ ਹਰ ਸਮਾਨ ਨਹੀਂ ਰਾਜਾ। ਤੇ ਦੂਸਰਾ ਗੁਰੂ ਦਾ ਰਾਜ ਹੁੰਦਾ ਹੈ। ਗੁਰੂ ਵੀ ਰਾਜ ਕਰਦਾ ਹੈ ਆਪਣੇ ਪਿੱਛੇ ਲਾ ਕੇ ਲੋਕਾਂ ਨੂੰ। ਗੁਰੂ ਦਾ ਰਾਜ ਉਹਨੂੰ ਕਹਿੰਦੇ ਨੇ, ਹੁਣ ਹੋਆ ਹਲੇਮੀ ਰਾਜ ਜੀਓ। ਤੇ ਤੀਸਰਾ ਹੁੰਦਾ ਹੈ ਪਿਤਾ ਪੁਰਖੀ ਰਾਜ। ਰੱਬ ਦੇ ਰਾਜ ਤੇ ਬੰਦਿਆਂ ਦੇ ਰਾਜ ਨਾ ਹੋਣ ਨਾ ਤੇ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ। ਜੇ ਇਸ ਧਰਤੀ ਤੇ ਰਾਜਾ ਨਾ ਹੋਵੇ, ਕਿਸੇ ਦੇਸ਼ ਦਾ ਰਾਜਾ ਨਾ ਹੋਵੇ, ਤੇ ਕੋਈ ਕਿਸੇ ਨੂੰ ਜੀਣ ਨਹੀਂ ਦਿੰਦਾ ਇਸ ਧਰਤੀ ਉੱਤੇ। ਜਿੱਡਾ ਰਾਜਾ ਸਖਤ ਹੋਏਗਾ, ਓਨਾ ਹੀ ਉਹਦਾ ਦੇਸ਼ ਵਧੀਆ ਚੱਲੇਗਾ। ਜਿਸ ਦੇਸ਼ ਵਿੱਚ ਰਾਜਾ ਨਹੀਂ ਆ, ਤੁਸੀਂ ਅਰਬ ਕੰਟਰੀਆਂ 'ਚ ਜਾਓ, ਉੱਥੇ ਵੋਟਾਂ ਨਹੀਂ ਪੈਂਦੀਆਂ। ਵੋਟਾਂ ਦਾ ਰਾਜ ਜਿਹੜਾ ਹੁੰਦਾ ਇਹ ਕੋਈ ਬਹੁਤਾ ਵੱਡਾ ਰਾਜ ਨਹੀਂ ਹੁੰਦਾ। ਰਾਜੇ ਡਰਦੇ ਨੇ ਪ੍ਰਜਾ ਤੋਂ, ਜੇ ਅਸੀਂ ਕੋਈ ਸਖਤਾਈ ਵਰਤੀ ਪ੍ਰਜਾ ਉੱਤੇ, ਪ੍ਰਜਾ ਨੇ ਸਾਡੇ ਖਿਲਾਫ ਹੋ ਜਾਣਾ। ਇਸ ਕਰਕੇ ਉਹ ਲੋਕਾਂ ਨੂੰ ਸਹੂਲਤਾਂ ਹੀ ਦੇਈ ਜਾਂਦੇ ਨੇ। ਤੇ ਜਿਹੜਾ ਪਿਤਾ ਪੁਰਖੀ ਰਾਜ ਹੁੰਦਾ ਹੈ, ਉਹਦੇ 'ਚ ਬੜੀਆਂ ਸਖਤ ਹਦਾਇਤਾਂ ਹੁੰਦੀਆਂ ਨੇ। ਅਰਬ ਕੰਟਰੀਆਂ ਦੇ ਵਿੱਚ ਵੇਖ ਲਓ, ਜੇ ਕੋਈ ਬਲਾਤਕਾਰ ਕਰਦਾ ਤਾਂ ਕੀ ਹਾਲਤ ਕਰਦੇ ਉਹਦੀ। ਜੇ ਕੋਈ ਚੋਰੀ ਕਰਦਾ, ਰਾਜਾ ਉਹਦੇ ਹੱਥ ਵੱਢ ਦਿੰਦਾ ਹੈ। ਇਸੇ ਕਰਕੇ ਇਹ ਧਰਤੀ ਉੱਤੇ ਰੱਬ ਨੇ ਕੋਈ ਬੰਦੇ ਵੀ ਰਾਜੇ ਬਣਾ ਕੇ ਦਿੱਤੇ ਨੇ ਵੀ ਤੁਸੀਂ ਇਸ ਧਰਤੀ ਨੂੰ ਚਲਾਉਣਾ। ਜਿੱਦਾਂ ਮਾਰ ਕਹਿੰਦੇ, ਇਹ ਰਾਜੇ ਇਹ ਭੂਪ ਰਾਣੇ ਰੰਗ ਦਿਨ ਚਾਰ ਸੁਹਾਵਣਾ। ਇਹ ਬਹੁਤੇ ਦਿਨ ਵਾਸਤੇ ਰਾਜ ਨਹੀਂ ਰਾਜਿਆਂ ਦੇ ਚੱਲਦੇ। ਇੱਕ ਗੁਰਬਾਣੀ ਵਿੱਚ ਇੱਕ ਰਾਜੇ ਦਾ ਜ਼ਿਕਰ ਆਉਂਦਾ ਹੈ ਵੀ ਰਾਜੇ ਕਰਦੇ ਕੀ ਹੁੰਦੇ ਸਨ। ਇਹ ਜਿਉਂ-ਜਿਉਂ ਅੱਗੇ ਨੂੰ ਅਸੀਂ ਜਾ ਰਹੇ ਹਾਂ ਨਾ, ਵੱਧਦੇ ਜਾ ਰਹੇ ਹਾਂ, ਸਮਾਂ ਵੱਧਦਾ ਜਾ ਰਿਹਾ ਤੇ ਧਰਤੀ ਉੱਤੇ ਪਾਪ ਵੱਧਦਾ ਜਾ ਰਿਹਾ। ਕਾਰਨ ਰਾਜੇ ਕਮਜ਼ੋਰ ਹੁੰਦੇ ਜਾ ਰਹੇ ਨੇ। ਮਹਾਰਾਜ ਨੇ ਇੱਕ ਬਚਨ ਕੀਤਾ, ਪਹਿਲਾਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਉ, ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨੇਂਦਾ ਪਾਇਨ ਘਾਓ, ਰਾਤ ਪਿਤ ਕੁੱਤਿਓ ਚਟ ਜਾਓ। ਮਹਾਰਾਜ ਨੇ ਆਖਿਆ
ਵੀ ਧਰਤੀ ਉੱਤੇ ਪਾਪ ਉਦੋਂ ਵੱਧਦਾ ਹੈ ਜਦੋਂ ਰਾਜਾ ਪਾਪੀ ਹੋ ਜਾਵੇ। ਪਹਿਲਾਂ ਦੇ ਜੜ ਅੰਦਰ ਜੰਮੇ, ਪਹਿਲੋਂ ਜੜ ਜੰਮਦੀ ਆ ਫਿਰ ਪੌਦਾ ਜੰਮਦਾ ਹੈ। ਪਹਿਲੋਂ ਰਾਜਾ ਪਾਪੀ ਹੁੰਦਾ ਹੈ ਫਿਰ ਪ੍ਰਜਾ ਪਾਪੀ ਹੋ ਜਾਂਦੀ ਹੈ। ਪਹਿਲਾਂ ਰਾਜਾ ਵੱਡੀ ਖੋਰ ਹੁੰਦਾ ਹੈ ਫਿਰ ਸਾਰੇ ਸਰਕਾਰੀ ਮੁਲਾਜ਼ਮ ਵੱਡੀ ਖੋਰ ਹੋ ਜਾਂਦੇ ਨੇ। ਅੱਜ ਦੇਖੋ ਕੀ ਹਾਲਤ ਬਣੀ ਹੋਈ, ਲੱਖ ਲੱਖ 2-2 ਲੱਖ ਤਨਖਾਹ ਡਾਕਟਰਾਂ ਦੀ, ਸਰਕਾਰੀ ਡਾਕਟਰਾਂ ਦੀ, ਤੇ ਗਰੀਬ ਉੱਥੇ ਗੋਲੀ ਲੈਣ ਜਾਂਦਾ ਕੋਈ ਪੁੱਛਦਾ ਹੀ ਨਹੀਂ ਹੈ ਉਹਨਾਂ ਨੂੰ, ਆਪਣੇ ਏਸੀ ਲਾ ਕੇ ਬੈਠੇ ਹੋਏ ਨੇ। ਇਹ ਕਿਉਂ ਹੋ ਰਿਹਾ? ਇਹ ਸਭ ਰਾਜ ਪ੍ਰਬੰਧ ਢਿੱਲਾ ਪੈ ਗਿਆ। ਗਰੀਬ ਜਨਤਾ ਦਾ ਪੈਸਾ ਇਹ ਤਨਖਾਹਾਂ ਲੈਂਦੇ ਨੇ ਗਰੀਬ ਜਨਤਾ ਦੇ ਪੈਸੇ ਨਾਲ, ਤੇ ਗਰੀਬ ਜਨਤਾ ਦਾ ਕੋਈ ਕੰਮ ਨਹੀਂ ਕਰਕੇ ਦੇ ਦਿੰਦੇ ਆ। ਇੱਕ ਬੁੱਢਾ ਸਰਕਾਰੀ ਮੁਲਾਜ਼ਮ, ਉਹਦੀ 90 ਸਾਲ ਉਮਰ ਹੈ, ਮੈਂ ਕੱਲ ਵੀ ਕਿਤੇ ਲਿਖ ਕੇ ਪਾਇਆ ਸੀ, ਕਿਸੇ ਨੂੰ ਕਮੈਂਟ ਕੀਤਾ ਸੀ, ਇੱਕ ਸਰਕਾਰੀ ਮੁਲਾਜ਼ਮ ਹੈ, ਉਹ ਰਿਟਾਇਰਮੈਂਟ ਹੋ ਗਿਆ, ਉਹਦੀ 90 ਸਾਲ ਉਮਰ ਹੋ ਗਈ ਹੈ, ਉਹਦੀ 60,000 ਪੈਨਸ਼ਨ ਲੱਗੀ ਹੋਈ ਆ। ਜਿਸ ਬੁੱਢੇ ਦਾ ਦੰਦ ਨਹੀਂ ਰਿਹਾ, ਜਿਸ ਬੁੱਢੇ ਦੀਆਂ ਅੱਖਾਂ ਨਹੀਂ ਰਹੀਆਂ, ਜਿਸ ਬੁੱਢੇ ਦੇ ਕੰਨ ਨਹੀਂ ਰਹੇ ਸੁਣਨ ਜੋਗੇ, ਜਿਸ ਬੁੱਢੇ ਦੀਆਂ ਲੱਤਾਂ ਨਹੀਂ ਰਹੀਆਂ ਕੋਈ ਲੈਟਰਿਨ ਬਾਥਰੂਮ ਤੱਕ ਵੀ ਜਾ ਸਕੇ, ਹਾਂਜੀ, ਮੰਜੀ ਤੇ ਪਿਆ, ਉਸ ਬੁੱਢੇ ਨੂੰ ਸਰਕਾਰ 60,000 ਪੈਨਸ਼ਨ ਦਿੰਦੀ ਆ। ਤੇ ਜਿਹੜਾ ਜਵਾਨ ਮੁੰਡਾ ਹੈ, ਕੰਮ ਕਰ ਸਕਦਾ ਹੈ, ਦੇਸ਼ ਨੂੰ ਸਵਾਰ ਸਕਦਾ ਹੈ, ਉਸ ਨੌਜਵਾਨ ਵਾਸਤੇ ਇਸ ਸਰਕਾਰ ਦੇ ਕੋਲ 8,000 ਤਨਖਾਹ ਵੀ ਨਹੀਂ ਹੈ। ਇਹਨੂੰ ਕਹਿੰਦੇ ਨੇ ਰਾਜੇ ਸ਼ੀ ਮੁਕੱਦਮ ਕੁੱਤੇ। ਰਾਜੇ ਸ਼ੇਰ ਨੇ, ਮੰਤਰੀ ਕੁੱਤੇ ਬਣ ਚੁੱਕੇ ਨੇ, ਤੇ ਸਰਕਾਰੀ ਮੁਲਾਜ਼ਮ ਇਹਨਾਂ ਕੁੱਤਿਆਂ ਦੀਆਂ ਲੌਂਦਰਾਂ ਬਣ ਚੁੱਕੀਆਂ ਨੇ। ਚਾਕਰ ਨੇਂਦਾ, ਚਾਕਰ ਕਹਿੰਦੇ ਨੇ ਸਰਕਾਰੀ ਮੁਲਾਜ਼ਮਾਂ ਨੂੰ। ਜਿਹੜੇ ਸਰਕਾਰੀ ਮੁਲਾਜ਼ਮ ਨੇ ਇਹਨਾਂ ਕੁੱਤਿਆਂ ਦੀਆਂ ਲੌਂਦਰਾਂ ਬਣ ਚੁੱਕੇ ਨੇ। ਇਹ ਪ੍ਰਜਾ ਦਾ ਖੂਨ ਪੈ ਪੀਂਦੇ ਨੇ। ਜੇ ਇੱਕ 90 ਸਾਲ ਦੇ ਬੁੱਢੇ ਨੂੰ 60,000 ਪੈਨਸ਼ਨ ਦਿੱਤੀ ਜਾ ਸਕਦੀ ਆ, ਜੇ ਇੱਕ ਸਰਕਾਰੀ ਮੁਲਾਜ਼ਮ ਨੂੰ 3 ਲੱਖ ਤਨਖਾਹ ਦਿੱਤੀ ਜਾ ਸਕਦੀ ਆ, ਕੀ ਗਰੀਬ ਗੁਰਬਾ ਇਸ ਦੇਸ਼ ਦਾ ਵਸਿੰਦਾ ਨਹੀਂ ਹੈ? ਇਹਨਾਂ ਦੀਆਂ ਇੰਨੀਆਂ ਤਨਖਾਹਾਂ ਕਿਉਂ? ਇਹਨਾਂ ਦੀਆਂ ਇੰਨੀਆਂ ਪੈਨਸ਼ਨਾਂ ਕਿਉਂ? ਇਹ ਕੀ ਹੋ ਰਿਹਾ ਧਰਤੀ ਤੇ? ਇਹ ਪਾਪ ਹੋ ਰਿਹਾ ਹੈ। ਇਹਦੇ 'ਚ ਰਾਜੇ ਦਾ ਹੱਥ ਹੈ ਇਹਦੇ ਵਿੱਚ। ਤੇ ਮੈਂ ਕਹਿ ਰਿਹਾ ਸੀ ਗੁਰਬਾਣੀ ਵਿੱਚ ਇੱਕ ਰਾਜੇ ਦਾ ਜ਼ਿਕਰ ਆਉਂਦਾ ਵੀ ਰਾਜੇ ਕੀ ਕਰਦੇ ਹੁੰਦੇ ਸਨ। ਮਰਨ ਕਿਹਾ ਪਹਿਲਾਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਉ। ਰਾਜਾ ਪਾਪੀ ਹੋ ਗਿਆ, ਪ੍ਰਜਾ ਪਾਪੀ ਹੋ ਗਈ, ਰਾਜਾ ਵੱਡੀ ਖੋਰ ਹੋ ਗਿਆ। ਅੱਜ ਕਿਹੜਾ ਸਰਕਾਰੀ ਅਦਾਰਾ ਜਿੱਥੇ ਪੈਸਿਆਂ ਤੋਂ ਬਿਨਾਂ ਕੰਮ ਹੁੰਦਾ ਹੋਵੇ? 2-2 ਲੱਖ ਤਨਖਾਹ। ਪਹਿਲੀ ਗੱਲ ਤੇ ਡਿਊਟੀਆਂ ਤੇ ਹੀ ਆਉਂਦੇ, ਜੇ ਆ ਜਾਣ ਤਾਂ ਕਹਿੰਦੇ ਚਾਹ ਪਾਣੀ ਦੇ ਦਿਓ, ਕੰਮ ਕਰ ਦਿਆਂਗੇ। ਸ਼ਨੀਵਾਰ ਇਹਨਾਂ ਨੂੰ ਛੁੱਟੀ, ਐਤਵਾਰ ਇਹਨਾਂ ਨੂੰ ਛੁੱਟੀ। 8 ਦਿਨ ਤੇ ਮਹੀਨੇ ਦੇ ਇਹ ਬਣ ਗਏ ਇਹਨਾਂ ਦੇ। 8 ਛੁੱਟੀਆਂ ਇਹਨਾਂ ਨੂੰ ਇਹ ਹੋ ਗਈਆਂ। 2 ਆ ਗਈ ਗੁਰਪੁਰਬ 10, 2 ਆ ਗਈਆਂ ਸਰਕਾਰੀ 12, ਹਾਂਜੀ, 2 ਇਹਨਾਂ ਨੇ ਮਾਰਨੀਆਂ ਫਰਲੋ 15 ਹੋ ਗਏ, 14 ਹੋ ਗਈਆਂ। ਜਾਨੀ ਕਿ 15 ਦਿਨ ਵੀ ਮਹੀਨੇ ਦਾ ਕੰਮ ਤੇ ਨਹੀਂ ਆਉਂਦੇ। ਤੇ ਜਦੋਂ ਕੋਈ ਉੱਥੇ ਕੰਮ ਕਰਾਉਣ ਜਾਂਦਾ ਫਿਰ ਲੈਣਾ ਲੱਗੀਆਂ ਹੁੰਦੀਆਂ। ਇਹ ਬਹੁਤੇ ਥੱਕ ਜਾਂਦੇ ਨੇ। ਇਹਨਾਂ ਨੂੰ ਸ਼ਨੀਵਾਰ ਵੀ ਛੁੱਟੀ, ਇਹਨਾਂ ਨੂੰ ਗੁਰਪੁਰਬਾਂ ਦੇ ਵੀ ਛੁੱਟੀ, ਇਹਨਾਂ ਨੂੰ ਸਰਕਾਰੀ 2 ਛੁੱਟੀਆਂ ਵੀ। ਤੇ ਇੱਕ ਦਿਹਾੜੀਦਾਰ ਵਿਚਾਰਾ ਰੋਜ਼ ਚੌਂਕ 'ਚ ਜਾ ਕੇ ਖਲੋਂਦਾ, 7 ਵਜੇ ਚਲ ਜਾਂਦਾ, ਰਾਤ ਨੂੰ 8 ਵਜੇ ਆਉਂਦਾ, 300 ਰੁਪਈਆ ਲੈ ਕੇ। ਉਹ ਵੀ ਮਹੀਨੇ ਦੇ 10 ਉਹਦੇ ਨਾਗੇ ਪੈ ਜਾਂਦੇ। ਇਹ 15 ਦਿਨ ਆ ਕੇ ਤੇ 3 ਲੱਖ ਰੁਪਈਆ ਤਨਖਾਹ ਲੈਂਦੇ ਨੇ। ਤੇ ਮਜ਼ਦੂਰ ਨੂੰ ਕੋਈ 5-6 ਹਜ਼ਾਰ ਵੀ ਨਹੀਂ ਮਹੀਨੇ ਦਾ ਮਿਲਦਾ। ਇਹਦਾ ਕੌਣ ਜ਼ਿੰਮੇਵਾਰ ਹੈ? ਸਰਕਾਰਾਂ ਹੀ ਜ਼ਿੰਮੇਵਾਰ ਨੇ। ਰਾਜੇ ਸ਼ੀ ਮੁਕੱਦਮ ਕੁੱਤੇ, ਜਾਇਜ਼ ਗਏ ਨੇ ਬੈਠੇ ਸੁੱਤੇ। ਉਹ ਬਾਣੀ ਵਿੱਚ ਜਿਗਰ ਆਉਂਦਾ ਇੱਕ ਰਾਜਾ ਹੋਇਆ, ਮਹਾਰਾਜ ਨੇ ਦਾ ਨਾਂ ਲਿਖਿਆ ਰੁਕਮਾਂਦਕ ਕਰਤੂਤ ਰਾਮ ਜੰਪੋ ਨਿਤ ਪਾਈ। ਉਹ ਰਾਜੇ ਜਿਹੜੇ ਸੀ 2 ਕੰਮ ਕਰਦੇ ਸੀ। ਇੱਕ ਤੇ ਬਾਣੀ 'ਚ ਲਿਖਿਆ ਵੀ ਰਾਜੇ ਧਰਮ ਕਰੇ ਪਰਥਾਏ। ਉਹ ਕਹਿੰਦੇ ਸੀ ਇੱਥੋਂ ਤੁਰ ਜਾਣਾ, ਪਰਲੋਕ ਨੂੰ ਜਾਣਾ, ਤੇ ਪਰਲੋਕ ਸਵਾਰ ਕੇ ਜਾਈਏ। ਤੇ ਪਰਲੋਕ ਦੇ ਪਰਥਾਏ ਉਹ ਆਪਣਾ ਕੰਮ ਕਰਦੇ ਹੁੰਦੇ ਸੀ। ਕੀ ਕਰਦੇ? ਰਾਜੇ ਧਰਮ ਕਰੇ ਪਰਥਾਏ। ਤੇ ਕੀ ਕਰਦੇ ਸੀ?
ਆਸਾ ਬੰਦੇ ਦਾਨ ਕਰਾਏ। ਉਹ ਦਾਨ ਕਰਦੇ ਹੁੰਦੇ ਸੀ ਰਾਜੇ, ਖੋਹਦੇ ਨਹੀਂ ਸੀ ਹੁੰਦੇ। ਹੁਣ ਤਾਂ ਰਾਜੇ ਖੋ ਕੇ ਆਪਣੀਆਂ ਬੱਸਾਂ ਹੀ ਬਣਾਈ ਜਾਂਦੇ ਨੇ, ਜ਼ਮੀਨਾਂ ਜਾਇਦਾਦਾਂ ਹੀ ਬਣਾਈ ਜਾਂਦੇ ਨੇ, ਉਹ ਨਹੀਂ ਕੰਮ ਕਰਦੇ। ਭੰਡਾਰੇ ਖੋਲ ਦੇਣੇ ਨੇ, ਗਰੀਬ ਗੁਰਬੇ ਖਾਓ, ਮੌਜਾਂ ਕਰੋ। ਰਾਜੇ ਧਰਮ ਕਰੇ ਪਰਥਾਏ, ਆਸਾ ਬੰਦੇ ਦਾਨ ਕਰਾਏ। ਤੇ ਦੂਸਰਾ ਇੱਕ ਰਾਜਾ ਧਰਤੀ ਤੇ ਹੋਇਆ, ਰੁਕਮਾਂਦਕ ਉਹਦਾ ਨਾਮ ਗੁਰਬਾਣੀ 'ਚ ਲਿਖਿਆ ਹੈ। ਰੁਕਮਾਂਦਕ ਕਰਤੂਤ ਰਾਮ ਜੰਪੋ ਨਿਤ ਪਾਈ। ਉਹਨੇ ਕਿਹਾ ਸੀ ਜਿੰਨੇ ਮੇਰੇ ਰਾਜ ਵਿੱਚ ਰਹਿਣਾ ਹੈ ਨਾ, ਉਹਨੂੰ ਹੱਥ ਵਿੱਚ ਮਾਲਾ ਰੱਖਣੀ ਪੈਣੀ, ਉਹਨੂੰ ਮਾਲਾ ਫੇਰਨੀ ਪੈਣੀ ਮੇਰੇ ਰਾਜ ਵਿੱਚ ਰਹਿੰਦਿਆਂ ਹੋਇਆ। ਤੇ ਹੁਣ ਵੀ ਰਾਜਿਆਂ ਨੇ ਪਿੰਡ ਪਿੰਡ ਠੇਕੇ ਖੋਲ੍ਹੇ ਹੋਏ ਨੇ, ਜਿਨ੍ਹਾਂ ਨੇ ਸਾਡੇ ਰਾਜ ਵਿੱਚ ਰਹਿਣਾ ਉਹ ਸ਼ਰਾਬ ਜ਼ਰੂਰ ਰਾਤ ਨੂੰ ਪੀਵੇ, ਕਿਉਂਕਿ ਤੁਸੀਂ ਪੀਵੋਗੇ ਤੇ ਪੈਸੇ ਸਾਡੇ ਕੋਲ ਆਉਣੇ ਆ, ਤਾਂ ਸਾਡੇ ਰਾਜ ਚੱਲਣੇ ਆ। ਇੱਕ ਮੰਤਰੀ ਦੇ ਕੋਲ ਇੱਕ ਪੂਰੇ ਥਾਣੇ ਜਿੱਡੀ ਫੋਰਸ ਵਾ, 3 ਗੱਡੀਆਂ ਪੁਲਿਸ ਦੀਆਂ, 2 ਸਰਕਾਰੀ ਗੱਡੀਆਂ ਉਹਨੂੰ ਮਿਲੀਆਂ ਹੋਈਆਂ, 3 ਪੁਲਿਸ ਦੀਆਂ ਗੱਡੀਆਂ ਹੋਈਆਂ, 5 ਗੱਡੀਆਂ ਦੇ ਵਿੱਚ ਇੱਕ ਮੰਤਰੀ ਨਿਕਲਦਾ ਹੈ। ਉਹ 5 ਗੱਡੀਆਂ ਦਾ ਤੇਲ ਤੇ ਉਹ 5 ਗੱਡੀਆਂ 'ਚ ਬੈਠੇ ਬੰਦੇ, ਉਹ ਸਰਕਾਰੀ ਪੈਸਾ ਕਿੱਥੋਂ ਆਉਂਦਾ ਹੈ? ਗਰੀਬ ਨੂੰ ਕੋਈ ਕੁੱਟੇ ਮਾਰੇ, ਕੋਈ ਪੁਲਿਸ ਰਿਪੋਰਟ ਨਹੀਂ ਦਰਜ ਕਰਦੀ, ਤੇ 3 ਪੁਲਿਸ ਦੀਆਂ ਗੱਡੀਆਂ ਇੱਕ ਮੰਤਰੀ ਦੇ ਅੱਗੇ ਪਿੱਛੇ ਘੁੰਮਦੀਆਂ। ਇਹ ਪੈਸਾ ਕਿੱਥੋਂ ਆਉਂਦਾ? ਇਹ ਪਿੰਡ ਪਿੰਡ ਠੇਕੇ ਨਾ ਇਸ ਕਰਕੇ ਖੋਲ੍ਹਣੇ, ਤੁਸੀਂ ਸ਼ਰਾਬਾਂ ਪੀਓ ਤੇ ਸਾਡੀਆਂ ਸਰਕਾਰਾਂ ਚੱਲਣ। ਪਰ ਉਹਨੇ ਕਿਹਾ ਸੀ ਮੇਰੇ ਰਾਜ ਵਿੱਚ ਜਿੰਨੇ ਰਹਿਣਾ ਉਹਨੂੰ ਮਾਲਾ ਫੇਰਨੀ ਪੈਣੀ ਹੈ। ਰੁਕਮਾਂਦਕ ਕਰਤੂਤ, ਹਰ ਬੰਦੇ ਦੀ ਆਪਣੀ ਕੋਈ ਕਰਤੂਤ ਹੁੰਦੀ ਆ। ਉਸ ਰਾਜੇ ਦੀ ਕਰਤੂਤ ਸੀ ਵੀ ਹਰ ਬੰਦੇ ਨੂੰ ਸਿਮਰਨ ਕਰਨਾ ਪੈਣਾ, ਮਾਲਾ ਫੇਰਨੀ ਪੈਣੀ ਆ। ਕੱਲ ਪਰਸੋਂ ਵੀ ਇੱਕ ਉਹ ਬੀਬੀ ਜੀ ਕੋਈ ਬੈਠੀ ਸੀ ਕਿਸੇ ਚੈਨਲ ਦੇ ਉੱਤੇ, ਮੈਂ ਨਾ ਹੀ ਲਵਾਂ, ਉਹ ਕਹਿਣ ਲੱਗੀ ਹੈ ਬਾਣੀ ਵਿੱਚ ਕਿਤੇ ਨਹੀਂ ਲਿਖਿਆ ਮਾਲਾ ਫੇਰੋ, ਕਿਤੇ ਨਹੀਂ ਲਿਖਿਆ ਵੀ ਤੈਨੂੰ ਮਾਲਾ ਪੀੜ ਕਰਦੀ ਹੈ। ਜੇ ਕੋਈ ਮਾਲਾ, ਕੋਈ ਮਹਾਂਪੁਰਖ, ਕੋਈ ਸਾਧੂ ਮਹਾਤਮਾ ਮਾਲਾ ਫੇਰਨ ਦਿਆ ਤੇ ਤੈਨੂੰ ਕੀ ਕਤੂਰੇ ਵੱਢਦੇ ਤੈਨੂੰ? ਉਹ ਬੀਬੀ ਭਾਸ਼ਣ ਦੇਂਦੇ ਸੀ, ਉਹ ਗਗਨਦੀਪ ਕੋਈ ਉਧਰੋਂ ਹੈਗੀ ਮਾਲਵੇ ਤੋਂ। ਇਹ ਨਾਸਤਿਕ ਲੋਕ ਧਰਮ ਵਿੱਚ ਕਿੱਥੋਂ ਆ ਗਏ? ਇਹ ਮਾਲਾ, ਬਾਣੀ ਕਹਿੰਦੀ ਮਾਲਾ ਨਹੀਂ ਫੇਰਨੀ ਚਾਹੀਦੀ। ਤੇ ਮੈਂ ਉਹਨੂੰ ਕਮੈਂਟ ਕਰਕੇ ਲਿਖਿਆ ਸੀ, ਬੀਬੀ ਤੂੰ ਇਹ ਦੱਸ, ਬਾਣੀ ਤਾਂ ਕਹਿੰਦੀ ਪੱਗ ਵੀ ਨਾ ਬੰਨੋ, ਤੇ ਤੂੰ ਪੱਗ ਬੰਨ ਕੇ ਬੈਠੀ ਹੋਈ ਆ। ਬਾਣੀ ਤਾਂ ਕਹਿੰਦੀ ਕਿਰਪਾਨ ਵੀ ਨਾ ਪਾਓ, ਤੇ ਆਪਾਂ ਕਿਰਪਾਨਾਂ ਪਾਈਆਂ ਹੋਈਆਂ। ਬਾਣੀ ਤੇ ਬੜਾ ਕੁਝ ਕਹਿੰਦੀ ਹੋਈ ਆ। ਨਹੀਂ, ਜੇ ਕੋਈ ਮਾਲਾ, ਕੋਈ ਕਿਸੇ ਧਰਮ ਦਾ ਬੰਦਾ ਕੋਈ ਮਾਲਾ ਫੇਰਨ ਦਿਆ ਤੇ ਸਾਡੇ ਢਿੱਡ ਪੀੜ ਕਿਉਂ ਹੋ ਰਹੀ ਹੈ? ਮੈਂ ਉਹਨੂੰ ਬੀਬੀ ਨੂੰ ਕਮੈਂਟ ਲਿਖ ਕੇ ਭੇਜਿਆ ਸੀ, ਇਹ ਸਿੱਖ ਧਰਮ ਬੜਾ ਵਿਸ਼ਾਲ ਧਰਮ ਸੀ। ਇੱਥੇ ਮਾਲਾ ਫੇਰਨ ਵਾਲੇ, ਇੱਥੇ ਹਰ ਤਰ੍ਹਾਂ ਦੇ ਸਾਧੂ ਮਹਾਤਮਾ ਇਸ ਧਰਮ ਵਿੱਚ ਇੰਟਰ ਕਰ ਗਏ, ਬਾਬੇ ਦੇ ਚੇਲੇ ਬਣ ਗਏ, ਜੋਗੀ ਬਣ ਗਏ, ਕੰਨ ਪਾਟੇ ਨਾਥ ਬਾਬੇ ਦੇ ਚੇਲੇ ਬਣ ਗਏ, ਮਾਲਾ ਫੇਰਨ ਵਾਲੇ ਮਹਾਂਪੁਰਖ ਵੀ ਬਾਬੇ ਨਾਨਕ ਦੇ ਚੇਲੇ ਬਣ ਗਏ। ਤੇ ਤੁਸੀਂ ਕਿਹੜਾ ਸੰਕੀਰਨ ਲੈਣ ਦਾ ਧਰਮ ਦੇ ਵਿੱਚ? ਇੱਕ ਬਾਣੀ ਦਾ ਬੜਾ ਵਿਸ਼ਾਲ ਬਚਨ ਹੈ, ਕੋਈ ਪੜ੍ਹਦਾ ਸਹਿਸਾ ਕਿਰਤਾ। ਕੋਈ ਸੰਸਕ੍ਰਿਤ ਪੜ੍ਹ ਰਿਹਾ ਮਹਾਂਪੁਰਖ, ਕੋਈ ਆਪਣੇ ਵੱਡੇ ਗੁਰੂ ਪੀਰਾਂ ਦੇ ਗ੍ਰੰਥ ਪੜ੍ਹ ਰਿਹਾ ਕੋਈ ਬੈਠਾ, ਇਹ ਕਹਿੰਦੇ ਪੜ੍ਹਨੇ ਨਹੀਂ ਚਾਹੀਦੇ। ਕੋਈ ਪੜ੍ਹਦਾ ਸਹਿਸਾ ਕਿਰਤਾ, ਕੋਈ ਪੜ੍ਹੇ ਪੁਰਾਣਾ। ਕੋਈ ਮੁਸਲਮਾਨ ਕੁਰਾਨ ਸ਼ਰੀਫ ਪੜ੍ਹ ਰਿਹਾ ਤੇ ਕਿਆ ਬਾਤ ਹੈ। ਬਾਬਾ ਫਰੀਦ ਕੁਰਾਨ ਹੀ ਪੜ੍ਹਦੇ ਸਨ, ਉਹਨੂੰ ਵੀ ਜਗ੍ਹਾ ਦੇ ਦਿੱਤੀ। ਤੇ ਭਗਤ ਜੈਦੇਵ ਵਰਗੇ ਸੰਸਕ੍ਰਿਤ ਪੜ੍ਹਦੇ ਸਨ, ਤੇ ਗੁਰੂ ਅਰਜਨ ਦੇਵ ਨੇ ਉਹਨਾਂ ਨੂੰ ਵੀ ਥਾਂ ਦੇ ਦਿੱਤੀ ਸਿੱਖ ਧਰਮ ਵਿੱਚ, ਗੁਰਬਾਣੀ ਵਿੱਚ ਉਹਨਾਂ ਨੂੰ ਬਿਠਾ ਦਿੱਤਾ। ਤੇ ਤੁਸੀਂ ਮਾਲਾ ਦੇ ਉੱਤੇ ਭਾਸ਼ਣ ਦਿਓ, ਸਿੱਖੀ ਵਿੱਚ ਮਾਲਾ ਨਹੀਂ ਫੇਰਨ ਦੀ ਕਿਤੇ ਲਿਖਿਆ। ਕੋਈ ਪੜ੍ਹਦਾ ਸਹਿਸਾ ਕਿਰਤਾ, ਕੋਈ ਪੜ੍ਹੇ ਪੁਰਾਣਾ, ਕੋਈ ਨਾਮ ਜਪੇ ਜਪਮਾਲੀ। ਮਹਾਰਾਜ ਕਹਿੰਦੇ ਕੋਈ ਮਾਲਾ ਫੜ ਕੇ ਨਾਮ ਜਪਣ ਦਿਆ ਤਾਂ ਕਿਆ ਆਨੰਦ ਬੱਝਾ ਹੋਇਆ ਵਾ। ਕੋਈ ਨਾਮ ਜਪੇ ਜਪਮਾਲੀ, ਲਾਗੇ ਤਿਸੇ ਧਿਆਨਾ। ਤੇ ਤੁਸੀਂ ਸਿੱਖ ਹੋ ਕੇ ਤੇ ਗੁਰਦੁਆਰਿਆਂ ਵਿੱਚ ਮਾਲਾ ਦੀ ਵਿਰੋਧਤਾ ਕਰੋ। ਤੁਸੀਂ ਭਗਤ ਕਬੀਰ ਨੇ ਕਿਹਾ ਨਾ, ਜੇ ਮਾਲਾ ਆਪਣੀ ਲੀਜੇ, ਇਹਦਾ ਮਤਲਬ ਮਾਲਾ ਭਗਤ ਕਬੀਰ ਫੇਰਦੇ ਰਹੇ ਨੇ। ਨਾਲੇ ਵੇਖੋ ਭਾਈ, ਜੇ ਕੋਈ ਸ਼ੁਰੂਆਤ ਕਿਸੇ ਦਾ ਮਨ ਨਹੀਂ ਟਿਕਦਾ, ਮਨ ਭਟਕਦਾ ਵਾ, ਜਿਸ ਤਰ੍ਹਾਂ ਇੱਕ ਛੋਟਾ ਬੱਚਾ ਹੁੰਦਾ ਵਾ,
ਉਹ ਪਹਿਲਾਂ ਆਪਣੀ ਲੱਤਾਂ ਦੇ ਪਾਰ ਨਹੀਂ ਤੁਰ ਸਕਦਾ, ਉਹਨੂੰ ਫਿਰ ਕਿਸੇ ਆਸਰੇ ਤੋਰਿਆ ਜਾਂਦਾ। ਗੜੀਰਾ ਗੜੂਰਾ ਕੋਈ ਮੰਜੇ ਦੀਆਂ ਬਾਹੀਆਂ ਫੜ ਕੇ। ਇਸੇ ਤਰ੍ਹਾਂ ਮਨ ਵਾ ਸਾਡਾ, ਇਹ ਮਨ ਦਾ ਸੁਭਾਅ ਦੌੜਨਾ ਹੋ ਚੁੱਕਾ ਹੈ, ਭੱਜੀ ਜਾਂਦਾ, ਭੱਜਾ ਫਿਰਦਾ। ਤੇ ਜੇ ਕੋਈ ਮਾਲਾ ਦੇ ਨਾਲ ਇਹ ਜਪਣ ਦਿਆ ਤੇ ਸਾਡੇ ਢਿੱਡ ਪੀੜ ਕਿਉਂ ਹੋਣ ਰਹੀ ਹੈ? ਮਹਾਰਾਜ ਕਹਿੰਦੇ ਕੋਈ ਪੜ੍ਹਦਾ ਸਹਿਸਾ ਕਿਰਤਾ, ਕੋਈ ਪੜ੍ਹੇ ਪੁਰਾਨਾ, ਕੋਈ ਨਾਮ ਜਪੇ ਜਪਮਾਲੀ। ਕੋਈ ਮਾਲਾ ਫੇਰ ਕੇ ਨਾਮ ਜਪਣ ਦਿਆ ਤੇ ਸਾਨੂੰ ਕੀ ਇਤਰਾਜ਼ ਇਹਦੇ ਵਿੱਚ? ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆ, ਕੋਈ ਇਲਾਹੇ। ਹਾਂਜੀ, ਕੋਈ ਓਡੇ ਨੀਲ, ਕੋਈ ਸਪੇਦ, ਕੋਈ ਕਹੇ ਤੁਰਕ, ਕੋਈ ਕਹੇ ਹਿੰਦੂ, ਕੋਈ ਬਾਸ਼ੇ ਪਿਸਤ, ਕੋਈ ਸੁਰਗਿੰਦੂ। ਸਾਨੂੰ ਕੀ ਇਤਰਾਜ਼ ਵਾ? ਉਹ ਫਿਰ ਮਹਾਰਾਜ ਕਹਿੰਦੇ ਰੁਕਮਾਂਦਕ ਕਰਤੂਤਾ ਰਾਮ ਜੰਪੋ ਨਿਤ ਪਾਈ। ਰਾਜੇ ਨੇ ਕਿਹਾ ਮੇਰੇ ਰਾਜ ਵਿੱਚ ਜਿੰਨੇ ਰਹਿਣਾ ਹੈ ਨਾ, ਉਹਨੂੰ ਮਾਲਾ ਫੇਰਨੀ ਪੈਣੀ ਹੈ। ਤੇ ਹੁਣ ਵੀ ਰਾਜੇ ਕਹਿੰਦੇ ਨੇ ਵੀ ਜਿੰਨਾ ਸਾਡੇ ਨਾਲ ਜੋੜਨਾ ਉਹਨੂੰ ਬਦਮਾਸ਼ੀ ਕਰਨੀ ਪੈਣੀ ਆ। ਇੱਕ ਬਚਨ ਆਉਂਦਾ ਮਹਾਰਾਜ ਦਾ, ਨਾਉ ਫਕੀਰੇ ਪਾਤਸ਼ਾਹ, ਮੰਗਤਿਆਂ ਨੂੰ ਲੋਕੀ ਪਾਤਸ਼ਾਹ ਕਹਿੰਦੇ ਨੇ ਧਰਤੀ ਉੱਤੇ। ਦੁਨੀਆ ਨੂੰ ਸਮਝ ਨਹੀਂ ਹੈ। ਨਾਉ ਫਕੀਰੇ ਪਾਤਸ਼ਾਹ, ਮੂਰਖ ਪੰਡਤ ਨਾਉ, ਮੂਰਖਾਂ ਨੂੰ ਲੋਕੀ ਪੰਡਤ ਕਹੀ ਜਾਂਦੇ ਨੇ। ਅੰਧੇ ਕਾ ਨਾਉ ਪਾਰਖੂ, ਐਵੇਂ ਕਰੇ ਗਵਾਓ। ਇਲਤ ਕਾ ਨਾਂ ਚੌਧਰੀ, ਜਿਹੜਾ ਬਹੁਤਾ ਹੀ ਸ਼ਰਾਰਤੀ ਹੋਵੇ, ਇਲਤੀ ਹੋਵੇ, ਉਹ ਪਿੰਡ ਦਾ ਮੁਖੀ ਬਣ ਜਾਂਦਾ, ਰਾਜਾ ਬਣ ਜਾਂਦਾ। ਇਲਤ ਕਾ ਨਾਂ ਚੌਧਰੀ, ਕੂੜੀ ਪੂਰੇ ਥਾਉ। ਤੇ ਝੂਠੀ ਇਸਤਰੀ ਸਭ ਤੋਂ ਅੱਗੇ ਬੈਠੀ ਹੁੰਦੀ ਸਭਾ ਦੇ ਵਿੱਚ। ਮਹੱਲੇ ਵਿੱਚ ਵੀ, ਗਲੀ ਵਿੱਚ ਵੀ ਉਹ ਝੂਠੀ ਦਾ ਰਾਜ ਹੁੰਦਾ ਹੈ। ਝੂਠੀ ਸਭ ਤੋਂ ਅੱਗੇ ਹੁੰਦੀ ਹੈ। ਇਸ ਤਰ੍ਹਾਂ ਦਾ ਰਾਜ ਪ੍ਰਬੰਧ ਹੈ। ਆਓ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਉੱਤੇ ਬੈਠੇ ਹੋਏ ਨੇ ਤੇ ਨਾਨਕ ਰਾਜ ਚਲਾਇਆ ਸਤਕੌਟ ਸਤਾਣੀ ਨੀਮ ਦੇ। ਰਾਜ ਜੋਗ ਲਹਿਣਾ ਕਰੇ। ਗੁਰੂ ਨਾਨਕ ਸਾਹਿਬ ਨੇ ਧਰਮ ਦਾ ਰਾਜ ਚਲਾਇਆ ਤੇ ਉਸ ਰਾਜ ਦਾ ਦੂਸਰਾ ਬਾਦਸ਼ਾਹ ਲਹਿਣਾ ਜੀ ਬਣੇ ਨੇ। ਅਸੀਂ ਇੱਕ ਪੜ੍ਹਦੇ ਹਾਂ ਨਾ, ਚੌਰ ਛਤਰ ਦੇ ਮਾਲਕ, ਤਖਤਾਂ ਦੇ ਮਾਲਕ। ਤੇ ਤਖਤ ਤੇ ਚੌਰ ਤੇ ਛਤਰ ਇਹ ਰਾਜਿਆਂ ਦੀਆਂ ਨਿਸ਼ਾਨੀਆਂ ਨੇ। ਜੇ ਛੇਵੇਂ ਪਾਤਸ਼ਾਹ ਨੇ ਘੋੜੇ ਰੱਖੇ, ਇਹ ਵੀ ਰਾਜੇ ਦੀ ਨਿਸ਼ਾਨੀ। ਜੇ ਛੇਵੇਂ ਪਾਤਸ਼ਾਹ ਨੇ ਤਖਤ ਬਣਾਇਆ, ਇਹ ਵੀ ਰਾਜ ਦੀ ਨਿਸ਼ਾਨੀ। ਜੇ ਛੇਵੇਂ ਪਾਤਸ਼ਾਹ ਨੇ ਬਾਜ ਰੱਖਿਆ, ਇਹ ਵੀ ਰਾਜ ਦੀ ਨਿਸ਼ਾਨੀ। ਜੇ ਛੇਵੇਂ ਪਾਤਸ਼ਾਹ ਨੇ ਦੋ ਦਸਤਾਰੇ ਸਜਾਉਣ ਦਾ ਹੁਕਮ ਕੀਤਾ ਤੇ ਇਹ ਵੀ ਬਾਦਸ਼ਾਹ ਦੀ ਨਿਸ਼ਾਨੀ। ਤੇ ਜੇ ਗੁਰੂ ਗੋਬਿੰਦ ਸਿੰਘ ਨੇ ਚੋਲਾ ਪਵਾਏ ਸਿੰਘਾਂ ਨੂੰ, ਤੇ ਚੋਲੇ ਰਾਜੇ ਮਹਾਰਾਜੇ ਪਾਉਂਦੇ ਹੁੰਦੇ ਸੀ। ਇਹ ਸਭ ਰਾਜ ਦੀਆਂ ਨਿਸ਼ਾਨੀਆਂ ਨੇ। ਤੇ ਆਓ ਮਹਾਰਾਜ ਸੱਚੇ ਪਾਤਸ਼ਾਹ ਖਡੂਰ ਸਾਹਿਬ ਦੀ ਧਰਤੀ ਉੱਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਬੈਠੇ ਹੋਏ ਨੇ ਤੇ ਉਹਨਾਂ ਨੂੰ ਇੱਕ ਚੀਜ਼ ਮਿਲੀ ਸੀ ਕਰਤਾਰਪੁਰ ਤੋਂ, ਪੋਥੀ। ਉਹ ਪੋਥੀ ਹੁਣ ਗਾਂ ਬੱਚਿਆਂ ਨੂੰ ਪੜ੍ਹਾਉਣੀ ਆ। ਤੇ ਬੱਚੇ, ਉਹ ਸਮਾਂ ਸੀ ਜਦੋਂ ਕਿਸੇ ਨੂੰ ਊੜੇ ਆੜੇ ਦਾ ਵੀ ਪਤਾ ਨਹੀਂ ਸੀ। ਤੇ ਗੁਰੂ ਅੰਗਦ ਸਾਹਿਬ ਆਪ ਬੱਚਿਆਂ ਨੂੰ ਪੜ੍ਹਾ ਰਹੇ ਨੇ, ਗੁਰਮੁਖੀ ਪੜ੍ਹਾ ਰਹੇ ਨੇ, ਊੜਾ ਆੜਾ ਪੜ੍ਹਾ ਰਹੇ ਨੇ। ਬਾਲ ਪੜ੍ਹਾਵਤ ਸਤਿਗੁਰੂ ਬੈਠੇ ਸਹਿਜ ਸੁਭਾਏ। ਗੁਰੂ ਟਿਕੇ ਹੋਏ ਨੇ। ਗੁਰੂ ਨੇ ਬਹੁਤੀ ਕੋਈ ਭੱਜ ਦੌੜ ਨਹੀਂ ਕੀਤੀ। ਗੁਰੂ ਅੰਗਦ ਸਾਹਿਬ ਐ ਖਡੂਰ ਸਾਹਿਬ ਦੀ ਧਰਤੀ ਤੇ ਜਿੰਨਾ 12 ਸਾਲ ਗੁਰਿਆਈ ਕੀਤੀ ਆ, ਕਿਤੇ ਪ੍ਰਚਾਰ ਕਰਨ ਨਹੀਂ ਗਏ। ਬਸ ਟਿਕੇ ਰਹੇ ਇੱਕ ਥਾਂ ਤੇ। ਮਹਾਰਾਜ ਸੱਚੇ ਪਾਤਸ਼ਾਹ ਇੱਕ ਪਿੰਡ 'ਚ ਵੀ ਨਹੀਂ ਗਏ ਪ੍ਰਚਾਰ ਕਰਨ ਵਾਸਤੇ। ਤੇ ਸਾਡੇ ਅੱਜ ਕੌਮ ਦੇ ਪ੍ਰਚਾਰਕ ਸਵੇਰੇ ਮੰਜੀ ਹਾਲ ਕਥਾ ਕਰਦੇ ਹੁੰਦੇ ਆ ਤੇ ਦੁਪਹਿਰਾਂ ਨੂੰ ਵੇਖੀਦਾ ਬੰਗਲਾ ਸਾਹਿਬ ਬੈਠੇ ਹੁੰਦੇ ਆ। ਇੰਨੀ ਭੱਜ ਦੌੜ ਇਹਨਾਂ ਦੀ ਮਾਇਆ ਦੀ ਵੱਧ ਗਈ ਹੈ, ਹੋਰ ਕੱਖ ਨਹੀਂ ਹੈ। ਆਪਣਾ ਨਾਮ ਚਮਕਾਉਣਾ ਚਾਹੁੰਦੇ ਨੇ, ਆਪਣੀ ਦੌਲਤ ਤੇ ਸ਼ੋਹਰਤ ਨੂੰ ਵਧਾਉਣਾ ਚਾਹੁੰਦੇ ਨੇ ਸਿੱਖ ਕੌਮ ਦੇ ਪ੍ਰਚਾਰਕ। ਪੰਜਾਬ ਦਾ ਸਿੱਖ ਈਸਾਈ ਬਣੀ ਜਾਂਦਾ, ਕਿਸੇ ਪ੍ਰਚਾਰਕ ਨੂੰ ਨਹੀਂ ਦਿਸਣ ਦਿਆ। ਅਮਰੀਕਾ ਕੈਨੇਡਾ ਸਾਰਿਆਂ ਨੂੰ ਦਿਖਣ ਦਿਆ। ਅਮਰੀਕਾ ਪ੍ਰਚਾਰ ਕਰਨ ਜਾਣਾ, ਕੈਨੇਡਾ ਪ੍ਰਚਾਰ ਕਰਨਾ, ਪੰਜਾਬ ਦਾ ਪਿੰਡ ਹੀ ਕੋਈ ਨਹੀਂ ਇਹਨਾਂ ਨੂੰ ਦਿਖਦਾ। ਜੇ ਸ਼੍ਰੀ ਪਦਮ ਵਰਗੇ ਧਰਤੀ ਤੋਂ ਤੁਰ ਗਏ ਰਾਗੀ, ਕਹਿੰਦੇ ਅਸੀਂ 72 ਕੰਟਰੀਆਂ 'ਚ ਗਏ ਹਾਂ ਤੇ ਪੰਜਾਬ ਦੇ ਇੱਕ ਪਿੰਡ ਵਿੱਚ ਵੀ ਨਹੀਂ ਸ਼ਬਦ ਪੜ੍ਹਨ ਆਏ ਹੋ। ਤੇ ਧਾਰੇ ਸ਼੍ਰੀ ਪਦਮ ਨੂੰ ਕੌਮ ਨੇ ਕੀ ਕਰਨਾ ਹੈ?
ਤੁਸੀਂ ਤੇ ਪਦਮ ਲੈ ਕੇ ਸਰਕਾਰਾਂ ਕੋ ਤੇ ਰਾਗ ਵਿਦਿਆ ਸਿੱਖ ਕੇ ਤੇ 4 ਅੱਖਰ ਸਿੱਖ ਕੇ ਤੇ ਪੈਸਾ ਹੀ ਇਕੱਠਾ ਕੀਤਾ ਕਿ ਹੋਰ ਵੀ ਕੁਝ ਕੀਤਾ ਹੈ? ਪੈਸਾ ਹੀ ਇਕੱਠਾ ਕੀਤਾ। ਤੇ ਬਾਲ ਪੜਾਵਤ ਸਤਿਗੁਰੂ ਬੈਠੇ ਸਹਿਜ ਸੁਭਾਏ, ਵਿਦਿਆ ਦਾਨ ਜੋ ਲਏ। ਜਿਹੜੇ ਧੰਨ ਗੁਰੂ ਅੰਗਦ ਸਾਹਿਬ ਦੇ ਕੋਲ ਵਿਦਿਆ ਦੀ ਦਾਤ ਲੈ ਰਹੇ ਨੇ, ਇਹ ਪਹਿਲੀ ਟਕਸਾਲ ਚਲਾਈ ਗੁਰੂ ਅੰਗਦ ਸਾਹਿਬ ਨੇ ਖਡੂਰ ਸਾਹਿਬ ਦੀ ਧਰਤੀ ਉੱਤੇ। ਟਕਸਾਲ ਦਾ ਮਤਲਬ ਕੋਈ ਅਦਾਰਾ ਨਹੀਂ ਹੁੰਦਾ ਵੀ 4-5 ਬੰਦੇ ਇਕੱਠੇ ਹੋ ਕੇ ਕਹਿਣ ਲੱਗ ਪਏ ਅਸੀਂ ਟਕਸਾਲ ਵਾਂ। ਟਕਸਾਲ ਦਾ ਮਤਲਬ ਜਿੱਥੇ ਕੋਈ ਘਾੜਤ ਘੜੀ ਜਾਂਦੀ ਹੈ, ਸੰਗਤ ਨੂੰ ਬਾਣੀ ਨੇ ਟਕਸਾਲ ਮੰਨਿਆ। ਘੜੀਏ ਸ਼ਬਦ ਸੱਚੀ ਟਕਸਾਲ, ਜਿੱਥੇ ਬੈਠ ਕੇ ਸੰਗਤ ਆਪਣੇ ਆਪ ਨੂੰ ਘੜ ਰਹੀ ਹੈ ਨਾ, ਉਹ ਸੰਗਤ ਟਕਸਾਲ ਵਾ। ਕੋਈ ਧੜਾ ਟਕਸਾਲ ਨਹੀਂ ਹੁੰਦਾ, ਐਵੇਂ ਆਪਣੇ ਆਪ ਨਾਮ ਚਮਕਾਉਣ ਵਾਸਤੇ ਲੋਕੀ ਲੱਗੇ ਹੋਏ ਨੇ। ਬਾਲ ਪੜਾਵਤ ਸਤਿਗੁਰੂ ਬੈਠੇ ਸਹਿਜ ਸੁਭਾਏ, ਵਿਦਿਆ ਦਾਨ ਜੋ ਲਏ। ਟਕਸਾਲ ਚਲਾਈ ਮਹਾਰਾਜ ਨੇ ਆਪਣੀ ਵਿਦਿਆ ਦੀ। ਵਿਦਿਆ ਦਾਨ ਜੋ ਲੈ ਸੋ ਜਗ ਮੇ ਸੋਭਾ ਪਾਏ। ਵਿਦਵਾਨ ਜਿਹੜਾ ਹੁੰਦਾ ਹੈ ਨਾ ਭਾਈ, ਉਹ ਜਗ ਤੇ ਬੜੀ ਸੋਭਾ ਖੱਟ ਲੈਂਦਾ ਹੈ। ਗਿਆਨੀ, ਪੜ੍ਹਿਆ ਲਿਖਿਆ ਬੰਦਾ। ਜਿਸ ਤਰ੍ਹਾਂ ਸਿਆਣਿਆਂ ਦੀ ਕਹਾਵਤ ਆ ਨਾ ਵੀ ਮੂਰਖ ਬੰਦਾ ਜਿਹੜਾ ਉਹ ਘਰ ਵਿੱਚ ਪੂਜਿਆ ਜਾਂਦਾ, ਕਿਉਂਕਿ ਮੂਰਖ ਕੋਲੋਂ ਜਿਹੜਾ ਸਿੱਧਾ ਸਾਦੇ, ਕਈ ਘਰਾਂ 'ਚ ਕੋਈ ਬੱਚੇ ਹੁੰਦੇ ਨੇ ਸਿੱਧੇ ਸਾਦੇ ਹੁੰਦੇ ਨੇ ਤੇ ਘਰ ਦੇ ਉਹਨਾਂ ਦੀ ਬੜੀ ਪੂਜਾ ਕਰਦੇ ਨੇ ਮੂਰਖਾਂ ਦੀ। ਕਿਉਂ? ਮੂਰਖ ਬੰਦੇ ਨੂੰ ਟੱਬਰ ਇਸ ਕਰਕੇ ਪੂਜਦਾ ਕਿ ਉਹਨਾਂ ਇਸ ਘਰ ਦੇ ਸਾਰੇ ਕੰਮ ਕਰਾਉਣੇ ਹੁੰਦੇ ਆ। ਤੇ ਕੋਈ ਸੰਤ ਮਹਾਂਪੁਰਖ ਜਿੱਥੇ ਬੈਠਾ ਵਾ, ਉਹ ਪਿੰਡ ਵਾਲੇ ਉਹਨੂੰ ਪੂਜਦੇ ਨੇ ਕਿ ਉਹ ਪਿੰਡ ਵਾਲੇ ਹੀ ਜਾਣਦੇ ਨੇ। ਤੇ ਜਿਹੜਾ ਵਿਦਵਾਨ ਹੁੰਦਾ ਹੈ, ਉਹ ਕਿਤੇ ਵੀ ਜਾ ਕੇ 2 ਗੱਲਾਂ ਕਹਿ ਕੇ ਆਪਣਾ ਡੰਕਾ ਵਜਾ ਸਕਦਾ ਤੇ ਪੂਜਾ ਕਰਾ ਸਕਦਾ ਹੈ। ਵਿਦਿਆ ਦਾਨ ਦੇਤ ਹੈ ਸੋ ਜਗ ਮੇ ਸੋਭਾ ਪਾਏ। ਹੋ ਸਕਦਾ ਹੈ, ਲਿਖਿਆ ਨਹੀਂ ਗਾ ਇਤਿਹਾਸ ਵਿੱਚ, ਮੈਂ ਇੱਕ ਕੋਲੋਂ ਗੱਲ ਕਹਿ ਰਿਹਾ, ਹੋ ਸਕਦਾ ਹੈ ਵੀ ਜਦੋਂ ਗੁਰੂ ਅਮਰਦਾਸ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਘਾਲਣਾ ਘਾਲ ਰਹੇ ਹੋਣਗੇ ਤੇ ਗੁਰੂ ਅੰਗਦ ਸਾਹਿਬ ਬੱਚਿਆਂ ਨੂੰ ਪੜ੍ਹਾ ਰਹੇ ਹੋਣਗੇ, ਹੋ ਸਕਦਾ ਹੈ ਗੁਰੂ ਅਮਰਦਾਸ ਨੇ ਆਪਣੇ ਭਤੀਜੇ ਨੂੰ ਵੀ ਇੱਥੇ ਲੈ ਆਂਦਾ ਹੋਵੇ, ਖਡੂਰ ਸਾਹਿਬ ਭਾਈ ਗੁਰਦਾਸ ਜੀ ਨੂੰ। ਸਾਡੀ ਕੌਮ ਵਿੱਚ ਜੇ ਕਿਸੇ ਨੂੰ ਵਿਦਵਤਾ ਦਾ ਖਿਤਾਬ ਦੇਣਾ ਹੋਵੇ ਨਾ, ਤੇ ਉਹਨੂੰ ਭਾਈ ਗੁਰਦਾਸ ਜੀ ਦਾ ਖਿਤਾਬ ਮਿਲਦਾ ਹੈ। ਇਹ ਵਿਦਿਆ ਭਾਈ ਗੁਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਕੋਲੋਂ ਪ੍ਰਾਪਤ ਕੀਤੀ ਹੈ। ਤੇ ਜਿਹਨੂੰ ਗੁਰੂ ਅੰਗਦ ਸਾਹਿਬ ਪੜ੍ਹਾ ਗਏ ਹੋਣ, ਬਾ ਕਮਾਲ ਕਿਆ ਗੱਲਾਂ ਹੋਣਗੀਆਂ। ਨਿਰਾ ਪੜ੍ਹਾਇਆ ਹੀ ਨਹੀਂ, ਅਸੀਸਾਂ ਵੀ ਦਿੱਤੀਆਂ ਹੋਣਗੀਆਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਬੱਚਿਆਂ ਨੂੰ। ਉਹ ਬੱਚਿਆਂ ਨੂੰ ਕਿੰਨਾ ਕੁ ਮਾਣ ਮਿਲਿਆ ਹੋਊਗਾ ਜਿਹੜੇ ਬੱਚੇ ਗੁਰੂ ਅੰਗਦ ਸਾਹਿਬ ਦੇ ਕੋਲ ਬਹਿ ਕੇ ਪੜ੍ਹਦੇ ਹੋਣਗੇ। ਕਿਉਂਕਿ ਗੁਰੂ ਅੰਗਦ ਸਾਹਿਬ ਦੀ ਡਿਊਟੀ ਲੱਗੀ ਹੋਈ ਸੀ, ਉਹਨਾਂ ਨੂੰ ਪੋਥੀ ਦਿੱਤੀ ਹੋਈ ਸੀ ਵੀ ਤੁਸੀਂ ਪੋਥੀ ਪੜ੍ਹਨੀ ਆ ਤੇ ਪੋਥੀ ਪੜ੍ਹਾਉਣੀ ਆ। ਤੇ ਪੜ੍ਹਾਈ ਤਾਂ ਜਾ ਸਕਦੀ ਜੇ ਅਗਲੇ ਨੂੰ ਕੋਈ ਪੜ੍ਹਨੀ ਆਉਂਦੀ ਹੋਵੇ। ਬਾਲ ਪੜਾਵਤ ਸਤਿਗੁਰੂ ਬੈਠੇ ਸਹਿਜ ਸੁਭਾਏ, ਵਿਦਿਆ ਦਾਨ ਦੇਤ ਹੈ ਸੋ ਜਗ ਮੇ ਸੋਭਾ ਪਾਏ। ਇਹ ਫਿਰ ਗੁਰੂ ਅੰਗਦ ਸਾਹਿਬ ਬੈਠੇ ਖਡੂਰ ਸਾਹਿਬ ਦੀ ਧਰਤੀ ਤੇ ਜਦੋਂ ਬਾਬਰ ਦਾ ਪੁੱਤਰ ਹਮਾਜੂ ਸੋਨੀਪਤ ਤੋਂ ਹਾਰ ਖਾ ਕੇ ਗੋਂਦਵਾਲ ਦਾ ਪੱਤਣ ਲੰਘਣ ਲੱਗਾ ਨਾ, ਤੇ ਪੱਤਣ ਤੋਂ ਪਤਾ ਲੱਗਾ ਵੀ ਤੁਹਾਡੇ ਪੁਰਖਾਂ ਨੂੰ ਗੁਰੂ ਨਾਨਕ ਸਾਹਿਬ ਨੇ ਵਰ ਦਿੱਤੇ ਹੋਏ ਨੇ ਰਾਜ ਦੇ। ਤੇ ਕਹਿਣ ਲੱਗੇ ਉਹ ਕਿੱਥੇ ਮਿਲ ਸਕਦੇ ਹੁਣ? ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦੇ ਦੂਸਰੇ ਪਾਤਸ਼ਾਹ, ਉਹਨਾਂ ਦੇ ਰਾਜ ਦੇ ਦੂਸਰੇ ਬਾਦਸ਼ਾਹ ਗੁਰੂ ਅੰਗਦ ਸਾਹਿਬ ਲਾਗੇ ਖਡੂਰ ਸਾਹਿਬ ਬੈਠੇ ਹੋਏ ਨੇ। ਇਹਨੇ ਪੱਤਨ ਤੇ ਡੇਰਾ ਕੀਤਾ ਹੋਇਆ ਵਾ, ਪੱਤਨ ਪਾਰ ਕੀਤਾ ਨੇ। ਇਹ ਫਿਰ ਗੋਂਦਵਾਲ ਸਾਹਿਬ ਤੋਂ ਖਡੂਰ ਸਾਹਿਬ ਨੂੰ ਚੱਲ ਪਿਆ ਵੀ ਹੋ ਸਕੇ ਮਹਾਂਪੁਰਖਾਂ ਦੀ ਅਸੀਸ ਲਈਏ ਤੇ ਰਾਜ ਫਿਰ ਮਿਲ ਜਾਵੇ ਸ਼ਾਇਦ। ਇੱਕ ਵਾਰੀ ਬਾਬੇ ਫਰੀਦ ਦੇ ਕੋਲ ਕੋਈ ਰਾਜਾ ਆਇਆ, ਬਲਬਨ, ਉਹਦਾ ਨਾਮ ਬਲਬਨ ਲਿਖਿਆ। ਤੇ ਬਾਬੇ ਫਰੀਦ ਅੱਗੇ ਮੱਥਾ ਟੇਕ ਕੇ ਕਹਿਣ ਲੱਗਾ, ਦਰਵੇਸ਼ੋ ਮਹਾਂਪੁਰਖੋ, ਮੇਰਾ ਰਾਜ ਚਲ ਗਿਆ, ਮੇਰਾ ਦਿਵਾਲਾ ਹੋ ਗਿਆ, ਮੈਨੂੰ ਰਾਜ ਦਿਵਾ ਦਿਓ। ਤੇ ਮਹਾਂਪੁਰਖ ਬਾਬਾ ਫਰੀਦ ਜੀ ਕਹਿਣ ਲੱਗੇ, ਰਾਜਨ ਮਹਾਂਪੁਰਖਾਂ ਦੇ ਕੋਲ ਰਾਜ ਥੋੜਾ ਹੁੰਦੇ ਆ ਤੈਨੂੰ ਦਿਵਾ ਦਈਏ, ਜਾਂ
जाके खलकत दी सेवा कर, अपनी प्रजा दी सेवा कर, ते प्रजा तेनू राज दवा दूगी, किहड़ी वड्डी गल है। वो फिर कहंदे राजा लोकां दी सेवा विच लग गया। सेवा विच लग गया तो उन्होंने राज फिर मिल गया। ये भी सोच के धन गुरु अंगद साहब के कोल खडूर साहब पहुँच जाता तो सतगुरु जी सहज सुभाए बैठे हुए सन, बच्चों अपने ध्यान में पढ़ाउण दे सन। हमाजू खड़ा दर पर, वो जदों आया तो उन्होंने आस ही भी मैं एक बादशाह वां ते गुरु अंगद साहब अगे हो के मैनू मिलणगे, उठ के मेरा सत्कार करनगे। एक बड़ी बड़ी मनुखी कमजोरी आ। ये अपना सन्मान चाहुंदा है, आदर चाहुंदा है कि मेरा आदर मान धरती ते होना चाहिए, ताइयों ते धन इकट्ठा करदा। जो जो मेरे को धन इकट्ठा हुंदा जाऊगा मेरी पूजा होगी, लोकी मेरे अधीन हो जाणगे। इनू आस ही भी गुरु अंगद साहब उठ के सत्कार करनगे। गुरु अंगद साहब उठ के, एक झूठा राजा वा, एक सच्चा राजा वा, एक बाबे नानक दा थापिया होया राज वा, एक बंदियां दा राज वा। अज दे ते जिहड़े संत खाउंदे गुरु खाउंदे टके टके राजियां दे चरनां 'च बैठे तुसां तस्वीरां वेख ही लईआं, ते कोई महापुरख थोड़ा उठ के राजियां नूं सन्मान दिंदा हुंदा है। जिहड़ा महापुरख उठ के किसी राजे नूं सन्मान देवे वो महापुरख नहीं हुंदा। क्यों? उन्होंने अजे रब्बी राज नहीं प्राप्त होया। जिन्हों रब्बी राज प्राप्त हो जाए तो दुनिया के राजे किस अर्थ ने उहदे वास्ते। कबीर ने कभी किसी राज का सत्कार नहीं किया, कहने लगे को हर समान नहीं राजा, ये पूबत सब दिवस चार के झूठे करत दवाजा। असी झूठिया राजिया के थोड़ा निमदे हुंदे आ। इनू ख्याल सी, पर गुरु अंगद साहब उठे नहीं। किवें उठ सकते सी? अज जदों 2000 पिछे जे 18 दे विच करतारपुर दा लांघा खुलिया इत्थे साडे लागे, चलो मैं तो इन्हां चीज़ां नाल सहमत नहीं, मैं तो राह रू खोलण दे संबंध विच नहीं हाँ। मैं उहदी लाइव प्रोग्राम देख रहा सी ते कोई हरप्रीत जिहड़ा साडे जथेदार है काल तख्त दा, ये भी उस दिन पार गया पाकिस्तान च करतारपुर दर्शन करन। जिन्होंने हरमंदर साहब बैठिया कुछ नहीं मिलिया, उन्होंने करतारपुर जाके की मिल जाना वा। तो जदों उत्थे राह खुलण लगा, ये हरप्रीत जिन्हों कहते PhD आ, अकल का पता लगता ही जाता हुण कौम नूं किन्नी क PhD है। एक कहते पहला गुरबचन सूह उन्होंने बदल दो चंगा बनाओ, ये जो जो गां बदलते जाओगे कमजोर तुरे आने आ। हुण वो बनाता कोई दाढ़ी मुछ वाला बना दो, कोई खलोता चंगा लगे कौम का, कोई सरदार लभो जिहदी कोई 2 फुट लंबी दाढ़ी होए ते मुशहरे लम्मे होण ते 7 फुट जवान खलोता होवे ते पता लगे कौम का जथेदार खलोता। ना जिहदी ना मुछ ना कोई दाढ़ी, उन्होंने जथेदार बनाता। वाह जी वाह। सब तो निखिद्ध बंदा जदों चोण करते जथेदार की, सब तो निखिद्ध बंदा चुन के उत्थे बिठा देंदे। कोई पता लगे सिख कौम का सरदार आ, कोई 7 फुट जवान होवे, कोई लम्मे दाड़ा मुशहरे होण, ओहदे ना मुछ ना दाड़ी, उन्होंने जेदी दी ना जथेदारी, हद होगी। ये खलोता होया ते मुख मंत्री दे गोडे नूं इन्हें हथ ला के फतेह बुलाई हरप्रीत ने। ये औकात है इन्हां लोकां दी। ये गुरु मैं ना इस पासे जावां, सब कह कहा के थोड़े पासे ना ही जाइए। गुरु अंगद साहब बैठे हुए ने, माजू आउंदा आस रख के कि मैनू उठ के सत्कार मान देणगे। गुरु अंगद साहब उठे नहीं है। ते अग्न क्रोध में जलाए, हमाजू खड़ा दर पर, अग्न क्रोध में जलाए। नूं बड़ा गुस्सा आ गया, बड़ा हंकार आ गया। मैं एडा बड़ा बादशाह की हो गया, मैं हार खा गया, बादशाह तो मैं है ही हाँ। ये टके दे फकीर उठ के सानू मत्था नहीं टेकदे। ये बड़े भुख हुंदी है राजे अंदर भी सानू साधु भी मत्थे आण के टेकण। वो काली मैं एक फोटो वेख रहा सी, वो जिहड़ा यूपी का आदित्यनाथ जोगी आ मुख मंत्री, वो भगवें वेश काना पाटा गोरख का चेला जू आओ,
ਤੇ ਉਦਾਂ ਦੇ ਕੰਨ ਪਾਟੇ ਤੇ ਭਗਵੇਂ ਵੇਚ 5-7 ਮੰਤਰੀ ਉਹਨੇ ਲਾਗੇ ਬਿਠਾਏ। ਤੇ ਕਿਸੇ ਨੇ ਬੜਾ ਸੋਹਣਾ ਥੱਲੇ ਲਿਖਿਆ ਸੀ ਵੀ ਇਹਨਾਂ ਦਾ ਕੰਮ ਸੀ ਉੱਤੇ ਸੱਪ ਫੜਨੇ ਰੂਡਾਂ ਵਿੱਚੋਂ, ਜੋਗੀਆਂ ਦਾ ਕੰਮ ਸੀ ਸੱਪ ਫੜਨੇ। ਇਹ ਹੁਣ ਕੁਰਸੀਆਂ ਤੇ ਬਹਿ ਕੇ ਰਾਜ ਕਰਨ ਲੱਗ ਪਏ ਜੋਗੀ। ਇਹ ਇਹਨਾਂ ਦਾ ਧਰਮ ਥੋੜਾ ਵੀ ਤੁਸੀਂ ਕੁਰਸੀਆਂ ਤੇ ਬਹਿ ਕੇ ਰਾਜ ਕਰੋ, ਤੁਹਾਡਾ ਕੰਮ ਹੀ ਸੱਪ ਸੁੱਪ ਫੜੋ, ਲੋਕਾਂ ਨੂੰ ਕੋਈ ਦਵਾਈਆਂ ਦੂਈਆਂ ਦਿਓ। ਤੇ ਕੁਰਸੀਆਂ ਤੇ ਬਹਿ ਕੇ ਜੋਗੀ ਕੁਰਸੀਆਂ ਤੇ ਬਹਿ ਗਏ। हमाजू खड़ा दर पर अग्न क्रोध में जलाए, गुरु अंगद साहब ने उठ के मान सम्मान नहीं दिता, सड़ के सवाह हो गया। करी वग्या सतगुर केरी, इनू गुस्सा आ गया। तो जो बंदा गुस्सा आ जाता उदों चंडाल बन जाता है। करी वग्या सतगुर केरी, खड़ग सीस पर उठाए। इन्हें अपनी तलवार कढ़ ली गुस्से में आन के, कहन लगे हैं ये किदां दे लोग ने राजियां दा मान सन्मान नहीं करते। उन्हें अपने हथ चो माने म्यान विचों तेग बाहर कढ़ ली। करी अवग्या सतगुरु केरी, खड़ग सीस पर उठाए, कढ़ ली ने तलवार। ते गुरु अंगद साहब ने फिर वेख्या जदों तलवार कढ़ ली ना हमाजू ने, ते मधुर बचन सतगुरु कहे। गुरु अंगद साहब कहन लगे बादशाह ये जहाँ चलाए ते उठे नहीं, संतन सिर संतन पर उठाए। कह लगा जिथे तू चलाउणी सी उथे तू चलाई नहीं, ते इत्थे दरवेशां दे सिर उत्ते आण के तू तलवारां कढ़ के बह गया। जै चलाए ते उठे नहीं, और जिथे तू चलाउणी सी उथों तू भज के आ गया। ਤੇ ਇੱਥੇ ਹੁਣ ਸੰਤਾਂ ਦੇ ਸਿਰ ਉੱਤੇ ਤਲਵਾਰਾਂ ਚੱਲਦੀਆਂ ਨੇ। ਇਹ ਡਰ ਗਿਆ। ਇਤਿਹਾਸ ਨੇ ਇਹ ਵੀ ਗੱਲ ਲਿਖੀ ਆ ਵੀ ਉਹਦਾ ਹੱਥ ਉੱਥੇ ਹੀ ਜੁੜ ਗਿਆ, ਮੁੜ ਕੇ ਹਿੱਲੇ ਨਾ ਹੱਥ ਅੱਗੇ ਪਿੱਛੇ। ਤੇ ਭੂਪਤ ਡਰਿਓ ਸਰਾਪ ਤੇ, ਇਹ ਡਰ ਗਿਆ ਵੀ ਮੈਂ ਤੇ ਇਹਦਾ ਕ੍ਰੋਧ। ਜਦੋਂ ਗੁਰੂ ਅੰਗਦ ਸਾਹਿਬ ਨੇ ਮਿੱਠਾ ਬਚਨ ਕੀਤਾ ਨਾ, ਮਧੁਰ ਬਚਨ ਸਤਿਗੁਰ ਉਲਾਏ, ਜੈ ਚਲਾਏ ਤੇ ਉੱਠੇ ਨਹੀਂ, ਸਿਰ ਸੰਤਨ ਪਰ ਚਲਾਏ। ਇਹ ਸੰਤਾਂ ਦੇ ਸਿਰਾਂ ਉੱਤੇ ਤਲਵਾਰਾਂ ਚੱਲਦੀਆਂ ਨੇ। ਆ 84 ਦਾ ਗੇੜ ਵੀ ਉਹ ਲੰਘਿਆ ਜਦੋਂ ਇਹਨਾਂ ਨੇ ਕੋਈ ਛੱਡਿਆ ਨਹੀਂ, ਕੋਈ ਸਾਧ ਮੀਆਂ ਕੋਈ ਨਹੀਂ ਮਾਰਨ ਲੱਗਿਆ। ਸਾਡਿਆਂ ਨੇ ਵੇਖਿਆ ਸਾਧ ਵਾ ਕਿ ਕੌਣ ਵਾ, ਗ੍ਰਸਤੀ ਆ, ਦੁਕਾਨਦਾਰ ਆ, ਜੋ ਸਾਹਮਣੇ ਆਇਆ ਸਭ ਨੂੰ ਗੋਲੀ ਦੀ ਭੇਟ ਚੜਾਇਆ। ਇਹਨਾਂ ਨੇ ਤਹਿਸ ਨਹਿਸ ਕਰਕੇ ਪੰਜਾਬ ਨੂੰ ਰੱਖ ਦਿੱਤਾ। ਇਹਨਾਂ ਲੋਕਾਂ ਨੇ ਸਭ ਦਰਵੇਸ਼ ਵਰ ਮਾਰ ਦਿੱਤੇ। ਉਸ ਸਮੇਂ ਸਾਧੂ ਮਹਾਤਮਾ ਹੀ ਮਾਰ ਦਿੱਤੇ ਗਏ। ਅਜੇ ਤੱਕ ਦੁਨੀਆ ਰੋਂਦੀ ਪਈ ਉਸ ਸਮੇਂ ਨੂੰ। ਅਜੇ ਵੀ ਕਹਿੰਦੇ ਉਦੋਂ ਬੇਅਬਦੀਆਂ ਨਹੀਂ ਸੀ ਹੁੰਦੀਆਂ। ਸਭ ਤੋਂ ਵੱਧ ਤੇ ਬੇਅਬਦੀਆਂ ਉਦੋਂ ਹੋਈਆਂ ਭਾਈ, ਇਤਿਹਾਸ ਪੜ੍ਹੋ। ਉਦੋਂ ਇਹ ਧੀਆਂ ਭਿਆਣ ਦੀ ਇੱਜ਼ਤ ਕੋਈ ਨਹੀਂ ਲੁੱਟਦਾ, ਉਦੋਂ ਵੱਧ ਲੁੱਟੀਆਂ ਗਈਆਂ। ਉੱਥੋਂ ਰਾਤ ਨੂੰ ਜਿਹੜੇ ਅਸੀਂ ਡੇਰਿਆਂ 'ਤੇ ਲੋਕ ਰਹਿੰਦੇ ਸੀ, ਰਾਤ ਨੂੰ ਡੇਰਿਆਂ 'ਤੇ ਆਣ ਕੇ ਧੀਆਂ ਭੈਣਾਂ ਦੇ ਨਾਲ ਬਹੁਤ ਦੁਸ਼ਕਰਮ ਹੋਇਆ ਉਸ ਸਮੇਂ। ਭਰਾਵਾਂ ਦੇ ਸਾਹਮਣੇ, ਬਾਪਾਂ ਦੇ ਸਾਹਮਣੇ ਜਿਹੜੇ ਲੋਕ ਡੇਰਿਆਂ 'ਤੇ ਬਾਹਰ ਪੈਲੀਆਂ ਤੇ ਰਹਿੰਦੇ, ਉਹਨਾਂ ਦੀਆਂ ਧੀਆਂ ਦੀ ਇੱਜ਼ਤ ਲੁੱਟੀ ਗਈ ਉਸ ਸਮੇਂ। ਅਸੀਂ ਆਪ ਵੇਖਿਆ ਇਹ ਕੰਮ ਹੁੰਦਾ। ਤੇ ਕਹਿੰਦੇ ਉਦੋਂ ਬੜਾ ਵੱਡਾ ਕੰਮ ਸੀ ਜੀ, ਉੱਦਾਂ ਦਾ ਫੇਰ ਹੋਣਾ ਚਾਹੀਦਾ। ਕੀ ਚਾਹੁੰਦੇ ਤੁਸੀਂ? ਆਪਣੀਆਂ ਧੀਆਂ ਭੈਣਾਂ ਦੀ ਫੇਰ ਇੱਜ਼ਤ ਲਟਾਉਣਾ ਚਾਹੁੰਦੇ ਹੋ? 65 ਨੌਜਵਾਨ ਸਿੱਖ ਕੌਮ ਦੀਆਂ ਬੱਚੀਆਂ ਯੂਪੀ ਤੋਂ ਚੁੱਕ ਕੇ ਬਈਏ ਲੈ ਗਏ, ਤੱਕ ਮਿਲੀਆਂ ਨਹੀਂ। ਤੁਸੀਂ ਉਹ ਸਮਾਂ ਫੇਰ ਲਿਆਉਣਾ ਚਾਹੁੰਦੇ ਹੋ? ਕੈਸੀਆਂ ਬਾਤਾਂ। ਭੂਪਤ ਡਰਿਓ ਸਰਾਪ ਤੇ, ਸਤਿਗੁਰ ਚਰਨੀ ਪਾਏ। ਇਹ ਡਰ ਗਿਆ, ਕਹਿਣ ਲੱਗਾ ਮੈਂ ਤਾਂ ਅਸੀਸ ਲੈਣ ਆਇਆ ਸੀ, ਕਿਉਂਕਿ ਜਿਹੜੇ ਮਹਾਂਪੁਰਖਾਂ ਦੀ ਅਵੱਗਿਆ ਕਰ ਦਿੰਦੇ ਨਾ। ਕਿਸੇ ਨੇ ਲਿਖਿਆ ਸੀ ਸੰਤ ਦਿਖਾਵੇ ਤੀਨ ਹਾਨ। ਜਿਹੜਾ ਕੋਈ ਮਹਾਂਪੁਰਖਾਂ ਉੱਤੇ ਹੱਥ ਚੁੱਕ ਲੈਂਦਾ ਹੈ ਜਾਂ ਮਹਾਂਪੁਰਖਾਂ ਦੀ ਅਵੱਗਿਆ ਕਰ ਦਿੰਦਾ ਹੈ, ਉਹਨਾਂ ਦਾ ਫਿਰ ਕਿਸੇ ਨੇ ਲਿਖਿਆ ਸੰਤ ਦਿਖਾਵੇ ਤੀਨ ਹਾਨ, ਧਰਮ ਅਰਥ ਅਰ ਵੰਸ। ਉਹਦਾ ਧਰਮ ਖਤਮ ਹੋ ਜਾਊਗਾ। ਜਿਹੜਾ ਮਹਾਂਪੁਰਖਾਂ ਉੱਤੇ ਹੱਥ ਚੁੱਕ ਜੂਗਾ, ਉਹਦਾ ਆਰਥਿਕ ਪੱਖੋਂ ਦਿਵਾਲੀਆ ਨਿਕਲ ਜਾਏਗਾ। ਉਹਦੀ ਅੰਸ ਬੰਸ ਖਤਮ ਹੋ ਜਾਊਗੀ ਜਿਹੜੀ ਮਹਾਂਪੁਰਖਾਂ ਉੱਤੇ ਹੱਥ ਚੁੱਕ ਲੂਗਾ। ਮਹਾਂਪੁਰਖ ਨਹੀਂ ਚੁੱਕਦੇ ਹੱਥ ਕਿਸੇ ਉੱਤੇ। ਉਹ ਸੰਤ ਨਹੀਂ ਆ ਜਿਹੜਾ ਕਿਸੇ ਉੱਤੇ ਹੱਥ ਚੁੱਕੇ। ਮਹਾਂਪੁਰਖ ਹੱਥ ਦਿੰਦੇ ਨੇ, ਹੱਥ ਚੁੱਕਦੇ ਨਹੀਂ ਹੈ। ਇਹ ਸੰਤਾਂ ਦੀ ਵੱਡੀ ਨਿਸ਼ਾਨੀ ਗੁਰੂ ਅਰਜਨ ਦੇਵ ਨੇ ਲਿਖੀ ਹੈ। ਸ਼ਸਤਰ ਤੀਖਣ ਕਾਟ ਡਾਰਿਓ,
माना कीनो रोस, काजुआ को लै सवारियो, तिल ना दीनो दोष। मन मेरे राम रहो नित नीत, दयाल देव कृपाल गोबिंद, सुन संतना की रीत। चरण तले गाए शब्द पढ़ लियो, मैं दी व्याख्या फेर कदे करूँगा। संत कौन हुंदा है? महापुरख कौन हुंदा है? जिहड़ा हथ उठावे वो महापुरख नहीं हुंदा, जिहड़ा हथ सिर ते रखे वो महापुरख हुंदा है। चरण तले गाहे बैसियो, श्रम ना रहो शरीर, महासागर नहीं व्यापे, खिने उतरियो तीर। ये संतां दी निशानी हुंदी है। संत रुख हुंदे ने, संत पंछी हुंदे ने। ਉਹ ਕਿਸੇ ਨੇ ਲਿਖਿਆ ਸੰਤ ਦਿਖਾਵੇ ਤੀਨ ਹਾਨ, ਉਹਦੇ 3 ਨੁਕਸਾਨ ਹੋ ਜਾਂਦੇ ਨੇ ਜਿਹੜੇ ਮਹਾਂਪੁਰਖਾਂ ਦੀ ਵਗਿਆ ਕਰ ਦਿੰਦੇ ਨੇ। ਇਹ ਬਾਦਸ਼ਾਹ ਨੇ ਵਗਿਆ ਕਰ ਦਿੱਤੀ, ਗੁਰੂ ਅੰਗਦ ਸਾਹਿਬ ਉੱਤੇ ਸੀ ਆਪਣਾ ਖੜਗ ਉਠਾ ਲਈ ਨੇ। ਧਰਮ ਅਰਥ ਅਰ ਵੰਸ, ਉਹ ਬਾਣੀ 'ਚ ਨਹੀਂ ਲਿਖਿਆ ਵੀ ਦਰਬਾਸਾ ਤੋਂ ਕਰਤ ਠਗੌਰੀ, ਹੱਥ ਨਹੀਂ ਉਠਾਇਆ ਜਾਦਵਾਂ ਨੇ ਮਹਾਂਪੁਰਖਾਂ ਦੇ ਨਾਲ ਟੀਚਰ ਮਖੌਲ ਕੀਤਾ। ਕਹਿੰਦੇ ਨਾ ਵੀ ਸੰਤਨ ਸੇਤੀ ਮਸਕਰੀ ਕੁਲ ਡੋਬਣ ਕੀ ਰੀਤ। ਜਿਹੜਾ ਸੰਤਾਂ ਮਹਾਂਪੁਰਖਾਂ ਨਾਲ ਕੋਈ ਮਸਕਰੀਆਂ ਕਰਦਾ, ਹੱਥ ਉਠਾਉਂਦਾ, ਉਹਦੀਆਂ ਅੰਸਾਂ ਬੰਸਾਂ ਬਰਬਾਦ ਹੋ ਜਾਂਦੀਆਂ, ਉਜੜ ਜਾਂਦੀਆਂ, ਉਹਨਾਂ ਦੇ ਧਰਤੀ ਤੋਂ ਨਿਸ਼ਾਨ ਮਿਟ ਜਾਂਦੇ ਜਿਹੜੇ ਮਹਾਂਪੁਰਖਾਂ ਨਾਲ ਮੱਥਾ ਲਾ ਲੈਂਦੇ ਨੇ। ਸੰਤ ਦਿਖਾਵੇ ਤੀਨ ਹਾਨ, ਧਰਮ ਅਰਥ ਅਰ ਵੰਸ। ਉਹ ਜਿਹਦਾ ਬਾਣੀ 'ਚ ਲਿਖਿਆ ਵੀ ਜਾਂ दुर्वासा सो करत ठगौरी, जादव ये फल पाए। तीने ही तुम देख लो, रावण कौरव और कंस। कंस ने मथा लाया हो गया, कैरवा ने मथा लाया हो गए, रावण ने मथा लाया हो गया, किसे कोई भी ला के देख लो। तो भूपत डरियो सराप ते डर गया भवाजू भी सच्चे पातशाह दी मैं असीसा लैन आया सी ਤੇ ਮੈਂ ਬਦਸੀਸ ਨਾ ਕਿਤੇ ਲੱਲਾ ਗੁਰੂ ਅੰਗਦ ਸਾਹਿਬ ਜੀ ਦੀ। ਭੂਪਤ ਡਰਿਓ ਸਰਾਪ ਤੇ ਸਤਿਗੁਰ ਚਰਨੀ ਪਾਏ, ਫਜ਼ਲ ਕਰੋ ਮਮਦਾਸ ਪਰ। ਕਹਿਣ ਲੱਗਾ ਸੱਚੇ ਪਾਤਸ਼ਾਹ ਅਵਗਿਆ ਹੋ ਗਈ, ਭੁੱਲ ਹੋ ਗਈ ਮਹਾਰਾਜ, ਮੈਂ ਅਸੀਸ ਲੈਣ ਆਇਆ ਸੀ, ਮੇਰੇ ਤੇ ਫਜ਼ਲ ਕਰੋ, ਕਿਰਪਾ ਕਰੋ, ਰਹਿਮਤ ਕਰੋ ਮਹਾਰਾਜ ਸੱਚੇ ਪਾਤਸ਼ਾਹ, ਫਜ਼ਲ ਕਰੋ ਮਮਦਾਸ ਪਰ। ਸਤਾਨੀ ਫਜ਼ਲ ਕਰੋ ਮਮਦਾਸ ਪਰ, ਸਤਾਨੀ ਜਹ ਪਾਏ। ਮੈਨੂੰ ਬਾਦਸ਼ਾਹੀ ਮਿਲ ਜੇ, ਮੇਰੇ ਤੇ ਕਿਰਪਾ ਕਰੋ। ਗੁਰੂ ਅੰਗਦ ਸਾਹਿਬ ਕਹਿੰਦੇ ਇਹ ਤਲਵਾਰਾਂ ਕੱਢ ਕੇ ਤੂੰ ਇੱਥੇ ਬਾਦਸ਼ਾਹੀਆਂ ਭਾਲਦਾ? ਪਹਿਲਾਂ ਤੂੰ ਦਰਵੇਸ਼ਾਂ ਉੱਤੇ ਤਲਵਾਰਾਂ ਕੱਢ ਲੀਆਂ ਤੇ ਹੁਣ ਤੂੰ ਦਰਵੇਸ਼ਾਂ ਅੱਗੇ ਮਾਫੀਆਂ ਪਿਆ ਮੰਗਦਾ। ਕਹਿਣ ਲੱਗਾ ਨਹੀਂ ਮਹਾਰਾਜ ਅੱਗੇ ਆਉਗੀ, ਬਖਸ਼ੋ। ਤੇ ਜੇ ਸੰਤ ਬਖਸ਼ੇ ਨਾ ਉਹ ਸੰਤ ਵੀ ਨਹੀਂ ਹੁੰਦਾ, ਜੇ ਗੁਰੂ ਬਖਸ਼ੇ ਨਾ ਉਹ ਗੁਰੂ ਵੀ ਨਹੀਂ ਹੁੰਦਾ, ਜੇ ਰੱਬ ਬਖਸ਼ੇ ਨਾ ਉਹ ਰੱਬ ਵੀ ਨਹੀਂ ਹੈ। ਆਂਦੇ ਨਾ ਸਾਡੇ ਢਹਿਣ ਵਿੱਚ ਦੇਰੀ ਆ, ਉਹਨਾਂ ਦੇ ਬਖਸ਼ਣ ਵਿੱਚ ਦੇਰੀ ਨਹੀਂ ਹੈ। ਤੇ ਗੁਰੂ ਅੰਗਦ ਸਾਹਿਬ ਕਹਿਣਗੇ ਬਾਦਸ਼ਾਹ ਜੇ ਤੂੰ ਹਾਂ ਕੰਮ ਨਾ ਕਰ ਦੋ, ਖੜਕ ਨਾ ਚੁੱਕ ਦੋ ਦਰਵੇਸ਼ਾਂ ਤੇ, ਮਿਲ ਜਾਣੀ ਸੀ ਤੈਨੂੰ ਬਾਦਸ਼ਾਹੀ, ਪਰ ਹੁਣ ਤੂੰ ਗਲਤੀ ਕਰ ਚੁੱਕਾ ਹੈ। ਜਾਂ ਸਮਾਂ ਲੱਗੇਗਾ ਫਿਰ ਬਾਬਾ ਨਾਨਕ ਗੁਰੂ ਨਾਨਕ ਕਿਰਪਾ ਕਰਨਗੇ, ਫਿਰ ਤੈਨੂੰ ਰਾਜ ਪ੍ਰਾਪਤ ਹੋ ਜਾਏਗਾ ਤੁਹਾਨੂੰ। ਉਹ ਜਿਹੜਾ ਆਉਂਦਾ ਨਾ ਆਵਣ 78 ਜਾਣ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ, ਇਹ ਉਹੀ ਇਤਿਹਾਸ ਮੈਨੂੰ ਤੇ ਜਾਪਦਾ ਹੈ। ਫਿਰ ਉਹਨਾਂ ਦੇ ਗਾਂ ਅੰਸ ਵੰਸ ਨੂੰ ਫਿਰ ਰਾਜ ਪ੍ਰਾਪਤ ਹੋਇਆ। ਹਮਾਜੂ ਤੋਂ ਬਾਅਦ ਫਿਰ ਅਕਬਰ ਬਾਦਸ਼ਾਹ ਬਣਿਆ, ਅਕਬਰ ਤੋਂ ਬਾਅਦ ਜਹਾਂਗੀਰ, ਜਹਾਂਗੀਰ ਤੋਂ ਬਾਅਦ ਸ਼ਾਹਜਹਾਨ, ਸ਼ਾਹਜਹਾਨ ਤੋਂ ਬਾਅਦ ਬਾਦਸ਼ਾਹ ਔਰੰਗਜ਼ੇਬ। ਇਹ ਸੀ ਉਸ ਧਰਤੀ ਉੱਤੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਬੈਠੇ ਹੋਏ ਨੇ, ਬੱਚਿਆਂ ਨੂੰ ਪੜ੍ਹਾ ਰਹੇ ਨੇ। ਬਾਦਸ਼ਾਹ ਆਉਂਦਾ ਹੈ ਸੀਸ ਲੈਣ, ਵੱਧ ਸੀਸ ਲੈ ਲੈਂਦਾ, ਪਰ ਫਿਰ ਗੁਰੂ ਕੀ ਸ਼ਰਨ ਵਿੱਚ ਢਹਿ ਕੇ ਮਾਫੀ ਮੰਗਦਾ, ਮਹਾਰਾਜ ਫਿਰ ਉਸ ਨੂੰ ਮਾਫ ਕਰ ਦਿੰਦੇ ਨੇ। ਇਹ ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ਾਂ ਕਰਨ। ਧੰਨ ਗੁਰੂ ਅੰਗਦ ਸੱਚੇ ਪਾਤਸ਼ਾਹ ਆਪ ਹੀ ਇਹੋ ਜਿਹੇ ਬਚਨ ਦੇ ਦਿੰਦੇ ਨੇ ਤੇ ਸੰਗਤਾਂ ਨਾਲ ਸਾਂਝੇ ਕਰ ਲੈਂਦੇ ਨੇ। ਮੈਂ ਫੇਰ ਕਹਾਂ ਕਿ ਕੋਈ ਕਹਿੰਦੇ ਬਾਬਾ ਜੀ ਕਿੱਥੇ ਲਿਖੇ ਨੇ ਜਿਹੜੇ ਤੁਸੀਂ ਗੱਲਾਂ ਕਰਦੇ ਹੋ? ਮੈਂ ਕਿਹਾ ਕਿਤੇ ਵੀ ਨਹੀਂ ਲਿਖੀਆਂ। ਤੇ ਫਿਰ ਕਿੱਥੋਂ ਕਰਦੇ? ਮੈਂ ਕਿਹਾ ਇਹ ਆਪਣੀ ਮਰਜ਼ੀ ਨਾਲ ਕਰ ਲੈਂਦੇ ਹਾਂ, ਅਸੀਂ ਕਿਸੇ ਦੇ ਗੁਲਾਮ ਥੋੜ੍ਹਾ, ਅਸੀਂ ਕੋਈ ਪਿੰਦਰਪਾਲ ਵਾਂਗੂ ਲਿਫਾਫਾ ਥੋੜ੍ਹਾ ਲੈਣਾ ਵੀ ਲਿਫਾਫਾ ਛੋਟਾ ਮਿਲੂਗਾ ਤੇ ਉਹ ਗੱਲ ਕਰੀਏ ਲਿਫਾਫਾ ਵੱਡਾ ਮਿਲ ਜੇ। ਅਸੀਂ ਉਹ ਗੱਲਾਂ ਨਹੀਂ ਕਰਨੀਆਂ। ਅਸੀਂ ਆਪਣੀ ਜ਼ਮੀਰ ਨੂੰ ਗਿਰਵੀ ਰੱਖ ਕੇ ਗੱਲ ਨਹੀਂ ਕਰਨੀ। ਨਹੀਂ ਕੋਈ ਸੁਣਦਾ ਨਾ ਸੁਣੇ, ਨਹੀਂ ਕੋਈ
ਸਾਦਾ ਸਟੇਜਾਂ ਦੇ ਨਾ ਸੱਜੇ। ਆਤਮਾ ਗਿਰਵੀ ਰੱਖ ਕੇ ਗੱਲ ਨਹੀਂ ਕਰਨੀ। ਜੋ ਗੁਰੂ ਕੀ ਬਾਣੀ ਆ ਉਹਦਾ ਡੰਕਾ ਵਜਾਉਣਾ ਵਜਾਉਣਾ। ਤੋ ਰਹਿਮਤਾਂ ਕਰਨ ਸੱਚੇ ਪਾਤਸ਼ਾਹ ਜਿਹੜੇ ਗੁਰੂ ਪਿਆਰੇ ਸੁਣ ਰਹੇ ਨੇ ਸਭ ਨੂੰ ਫਤਿਹ ਦਾਸ ਵੱਲੋਂ ਮਹਾਰਾਜ ਕਿਰਪਾ ਕਰਨ। ਭਾਈ ਬਲਜਿੰਦਰ ਸਿੰਘ, ਭਾਈ ਸਰਜੀਤ ਸਿੰਘ ਹੁਣੀ ਸਾਰੇ ਸੁਣ ਰਹੇ ਨੇ। ਸੀਸਾਂ ਦਿਓ ਮਹਾਰਾਜ ਅੱਗੇ ਅਰਦਾਸ ਕਰੋ ਸੱਚੇ ਪਾਤਸ਼ਾਹ ਕੋਈ ਸਮੱਤ ਬਖਸ਼ਣ ਮੈਨੂੰ ਵੀ, ਤੇ ਪੰਥ ਕੌਮ ਦੀ ਚੜ੍ਹਦੀ ਕਲਾ ਹੋਵੇ, ਤੇ ਮੋਰਚਿਆਂ ਵਾਲਿਆਂ ਦਾ ਅੰਤ ਹੋਵੇ। ਇਹ ਵੀ ਅਰਦਾਸ ਕਰੋ। ਇਹ ਜਿਹੜੇ ਮੋਰਚੇ ਲਾ ਕੇ ਬੈਠੇ ਨੇ ਲੋਕ ਨੇ, ਇਹਨਾਂ ਦਾ ਵੀ ਅੰਤ ਹੋਵੇ ਤੇ ਕੌਮ ਦੀ ਚੜ੍ਹਦੀ ਕਲਾ ਹੋਵੇ। ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਇਹ ਛੋਕਰੇ ਜੇ ਕੋਈ ਅਕਲ ਨਹੀਂ, ਕੋਈ ਸਮਝ ਨਹੀਂ, ਐਵੇਂ ਮੋਰਚੇ ਲਾ ਕੇ ਬਹਿ ਜਾਣੇ, ਸਿੱਖ ਕੌਮ ਨੂੰ ਬਦਨਾਮ ਕਰਨਾ। ਕੁਝ ਸਿਆਣੇ ਬਣੋ ਭਾਈ। ਗੁਰੂ ਅੰਗਦ ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਆਉਣ ਵਾਲੇ ਸਮੇਂ 'ਚ ਭਾਈ ਆਪਾਂ ਹੁਣ ਉਹ ਗੁਰਸਿੱਖ ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਕੋਲ ਵਿੱਦਿਆ ਪ੍ਰਾਪਤ ਕੀਤੀ ਤੇ ਮੁੜ ਕੇ ਉਹਨਾਂ ਦਾ ਨਾਮ ਰੋਸ਼ਨ ਹੋਇਆ, ਉਹਨਾਂ ਨੂੰ ਬ੍ਰਹਮ ਗਿਆਨ ਪ੍ਰਾਪਤ ਹੋਇਆ। ਮੈਂ ਕੱਲ੍ਹ ਹੀ ਉਸ ਬੀਬੀ ਨੂੰ ਕਿਹਾ ਸੀ ਜਿਹੜੀ ਕਹਿਣ ਲੱਗੀ ਮਾਲਾ ਨਹੀਂ ਕੇ ਬਾਣੀ 'ਚ ਲਿਖਿਆ ਮਾਲਾ ਨਾ ਫੇਰਿਆ ਕਰੋ। ਮੈਂ ਕਿਹਾ ਬੀਬੀ ਤੇਰਾ ਕੰਮ ਸਟੇਜਾਂ 'ਤੇ ਬਹਿ ਕੇ ਕੋਈ ਕਥਾ ਕਰਨ ਦਾ ਨਹੀਂਗਾ। ਤੁਹਾਡੀ ਜ਼ਿੰਮੇਵਾਰੀ ਲੰਗਰ ਪਕਾਉਣ ਦੀ ਆ। ਲੰਗਰ ਪਕਾਓ, ਸੇਵਾ ਕਰੋ, ਸੇਵਾ 'ਚੋਂ ਸਿਮਰਨ ਨਿਕਲੂਗਾ। ਫਿਰ ਕੋਈ ਅਕਲ ਆਊਗੀ ਕਿ ਸਿੱਧੇ 2 ਅੱਖਰ ਪੜ੍ਹ ਕੇ ਕਿ 2 ਸਾਲ ਦਾ ਕੋਰਸ ਕਰਕੇ ਸਟੇਜਾਂ 'ਤੇ ਬਹਿ ਜਾਂਦੇ। ਪਹਿਲਾਂ ਸੇਵਾ ਕਰ ਕਰਕੇ ਆਪਣੇ ਪੋਟੇ ਘਸਾਓ, ਜਿੱਦਾਂ 12 ਸਾਲ ਗੁਰੂ ਅਮਰਦਾਸ ਨੇ ਘਸਾਏ ਸੀ, ਜਿੱਦਾਂ ਗੁਰੂ ਅੰਗਦ ਸਾਹਿਬ ਨੇ 7 ਸਾਲ ਉੱਥੇ ਕਰਤਾਰ ਸਾਹਿਬ ਘਸਾਏ ਸੀ ਆਪਣੇ ਪੋਟੇ ਸੇਵਾ ਕਰ ਕਰਕੇ। ਫਿਰ ਕੋਈ ਸਿਮਰਨ ਕੋਈ ਰੱਬੀ ਯਾਦ ਹੁੰਦੀ ਕਿ 2 ਕਿਤਾਬਾਂ ਪੜ੍ਹ ਕੇ ਤੇ ਸਟੇਜਾਂ 'ਤੇ ਬਹਿ ਕੇ ਤੁਸੀਂ ਕਥਾ ਕਰਨ ਲੱਗ ਪਏ ਹੋ। ਇਹਦਾ ਤੁਹਾਨੂੰ ਤਾਂ ਲਾਭ ਹੋ ਸਕਦਾ, ਪੈਸਾ ਕਮਾ ਸਕਦੇ ਹੋ। ਨਾ ਤੁਹਾਡਾ ਅੱਗਾ ਸਵਰਨਾ, ਨਾ ਕੋਈ ਬਾਤ, ਨਾ ਕਿਸੇ ਨੂੰ ਕੋਈ ਜੀਵਨ ਮਿਲਣਾ ਹੈ। ਸੇਵਾ ਵਿੱਚੋਂ ਸਿਮਰਨ ਨਿਕਲਦਾ ਭਾਈ, ਸਿੱਧਾ ਨਹੀਂ ਸਿਮਰਨ ਚੱਲਦਾ। ਤਾਂ ਗੁਰੂ ਕੀ ਸੇਵਾ ਕਰਨੀ ਸਾਰੀ ਹੈ। ਗੁਰੂ ਕੀ ਸੇਵਾ ਕਰੋ ਦਿਨ ਰਾਤ। ਉਹ ਉਸ ਧਰਤੀ ਉੱਤੇ ਗੁਰੂ ਅਮਰਦਾਸ ਘਾਲਣਾ ਘਾਲ ਰਹੇ ਨੇ ਕਿ ਜਿਹੜੇ ਬੰਦਿਆਂ ਨੇ ਫਿਰ ਵਿੱਦਿਆ ਪੜ੍ਹੀ, ਬ੍ਰਹਮ ਗਿਆਨ ਹੋਇਆ, ਉਹਨਾਂ ਦੇ ਨਾਮ ਕਿਵੇਂ ਰੋਸ਼ਨ ਹੋਏ, ਉਹਨਾਂ ਨੇ ਕੀ ਕੀਤਾ, ਉਹ ਆਉਣ ਵਾਲੇ ਸਮੇਂ 'ਚ ਆਪ ਨਾਲ ਸਾਂਝਾ ਕੀਤਾ ਜਾਊਗਾ। ਸਭ ਗੁਰਸਿੱਖਾਂ ਨੂੰ, ਗੁਰੂ ਪਿਆਰਿਆਂ ਨੂੰ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।